माधो सत संगत सरन तुम्हारी, हम औगन तुम उपकारी। माधो सत संगत सरन तुम्हारी, हम औगन तुम उपकारी। ऐसी मेरी जात व्याखत चमार, हृदय नाम गोविंद गुण सार। टेक सुरसर जल लिया किरत बरौनी रे, जैसे संत जन नहे करत पान। सुरा पवित्र नित गंग जल मानिए, सुरसर मिलत नहे होत आन। तर तार पवित्र कर मानिए, जैसे कागरा करत विचार। भगवत भगवंत जब ऊपर लिखिए, तब पूजिए कर नमस्कार। अनेक अदम जिब नाम सोने उदरे, पतित पावन पै परस सार। पंत रविदास रंकार गुण, गवंत संत साधु पै सहज पार। पंत रविदास रंकार गुण, गवंत संत साधु पै सहज पार। सतनाम। गुरु रूपी साध संगत जी, ਤੁਸੀਂ ਹੁਣੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਰਵਿਦਾਸ ਮਹਾਰਾਜ ਜੀ ਇਸ ਸ਼ਬਦ ਵਿੱਚ ਉਚਾਰਨ ਕਰਦੇ ਹਨ, ਇੱਕ ਨਾਗਰ ਜਾਤ ਨਾਲ ਜੋੜਦੇ ਹਨ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਚਤਰ ਮਨੁੱਖਾਂ ਜਾਂ ਜੋ ਸਮਝਦੇ ਹਨ ਕਿ ਅਸੀਂ ਬਹੁਤ ਸਮਝਦਾਰ ਹਾਂ, ਬਹੁਤ ਵੱਡੇ ਹਾਂ, ਮਨੁੱਖ ਜਾਂ ਨਾਗਰ ਪਿੰਡ ਜਨਾਂ ਦੇ ਲੋਕਾਂ ਨੂੰ, ਇੱਕ ਨਾਗਰ ਜਾਤ ਦੇ ਉੱਚੇ ਬ੍ਰਾਹਮਣ ਲੋਕਾਂ ਨੂੰ ਕਥਨ ਕਰਦੇ ਹਨ ਕਿ ਮੈਂ ਚਮਾਰ ਜਾਤ ਵਿੱਚ ਪ੍ਰਗਟ ਹੋਇਆ ਹਾਂ, ਪਰ ਮੇਰੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਸਾਰੇ ਗੁਣ ਸਮਾਏ ਹੋਏ ਹਨ। ਇਸੇ ਤਰ੍ਹਾਂ ਜਿਸ ਤਰ੍ਹਾਂ ਸੁਰਸਰੀ ਗੰਗਾ ਦੇ ਜਲ ਦੀ ਬਣਾਈ ਹੋਈ ਬਰਾਨੀ ਸ਼ਰਾਬ, ਇੱਥੇ ਸ਼ਰਾਬ ਤੋਂ ਭਾਵ ਹੈ ਕਿ ਜੋ ਇਨਸਾਨ ਮਾੜੇ ਕਰਮ ਕਰਦਾ ਹੈ, ਮਾੜੇ ਕੰਮ ਕਰਦਾ ਹੈ ਤੇ ਮਨ ਨੂੰ ਸੰਤ ਲੋਕ ਨਹੀਂ ਪਾਣ। ਇੱਥੇ ਸ਼ਰਾਬ ਤੋਂ ਇਹੀ ਭਾਵ ਹੈ ਕਿ ਜੋ ਇਨਸਾਨ ਮਾੜੇ ਕੰਮ ਕਰਦਾ ਹੈ, ਮਾੜੇ ਕੰਮ ਕਰਨ ਵਾਲਾ ਹੈ, ਇਹਨੂੰ ਸੰਤ ਲੋਕ ਨਹੀਂ ਪਾਣ। ਉਹ ਸੰਤ ਲੋਕ ਨਹੀਂ ਪੀਂਦੇ, ਮਾੜੇ ਕੰਮ ਨਹੀਂ ਕਰਦੇ। ਹੇ ਭਾਈ, ਇਹ ਅਪਵਿੱਤਰ ਹੈ। ਜਦ ਉਹੀ ਜਲ ਜਿਸ ਤਰ੍ਹਾਂ ਸ਼ਰਾਬ ਹੈ ਜਾਂ ਇਹ ਹੋਰ ਗਲੀਆਂ ਦਾ, ਨਾਲਿਆਂ ਦਾ ਗੰਦਾ ਪਾਣੀ ਗੰਗਾ ਜਲ ਵਿੱਚ ਜਦੋਂ ਪ੍ਰਵੇਸ਼ ਹੋ ਜਾਂਦਾ ਹੈ, ਤਦ ਉਹੀ ਗੰਗਾ ਜਲ ਫਿਰ ਪ੍ਰਵਾਹ ਵਿੱਚ ਜਾ ਮਿਲਦਾ ਹੈ। ਤਾਂ ਉਹ ਉਸ ਗੰਦੇ ਜਲ ਅਤੇ ਗੰਗਾ ਦੇ ਜਲ ਵਿੱਚ ਕੋਈ ਭੇਦ ਨਹੀਂ ਰਹਿੰਦਾ। ਅਤੇ ਇਸੇ ਤਰ੍ਹਾਂ ਪ੍ਰਭੂ ਦੇ ਪਵਿੱਤਰ ਨਾਮ ਨੂੰ ਜਪਣ ਨਾਲ ਆਦਮੀ ਦੇ ਗੰਦੇ ਖਿਆਲਾਂ ਦਾ ਸਫਾਇਆ ਹੋ ਜਾਂਦਾ ਹੈ। ਜਿਸ ਤਰ੍ਹਾਂ ਹੇ ਮਨੁੱਖ, ਤਾੜ ਦਾ ਰੁੱਖ ਇੱਕ ਬਹੁਤ ਪਵਿੱਤਰ ਕਰਕੇ ਜਾਣਿਆ ਜਾਂਦਾ ਹੈ, ਪਰ ਸਮਝ ਵਾਲੇ ਲੋਕ ਉਸ ਨੂੰ ਅਪਵਿੱਤਰ ਮੰਨਦੇ ਹਨ, ਕਿਉਂਕਿ ਉਹ ਸਮਝਦੇ ਹਨ ਕਿ ਇਸ ਵਿੱਚ ਨਸ਼ੇ ਵਰਗਾ ਜਲ ਹੁੰਦਾ ਹੈ। ਤੇ ਜੇਕਰ ਉਸ ਰੁੱਖ ਦੇ ਪੱਤਿਆਂ ਉੱਪਰ ਪ੍ਰਭੂ ਦੀ ਭਗਤੀ ਬਾਰੇ ਵਿਚਾਰ ਲਿਖੀਏ ਤਾਂ ਉਹ ਪੱਤੇ ਨਮਸਕਾਰ ਕਰਨ ਦੇ ਯੋਗ ਹੁੰਦੇ ਹਨ। ਇਸੇ ਤਰ੍ਹਾਂ ਪ੍ਰਭੂ ਦਾ ਨਾਮ ਜਪਣ ਵਾਲਾ ਪ੍ਰਾਣੀ ਵੀ ਸਤਿਕਾਰਿਆ ਜਾਂਦਾ ਹੈ। ਜਿਵੇਂ ਮੇਰੀ ਜਾਤ ਚੰਮ ਦੇ ਕੁੱਟ ਬਾਂਡਲਾ ਕੱਟਣ ਵਾਲੀ ਜਿਹੜੀ
ਕਾਂਛੀ ਦੇ ਆਲੇ ਦੁਆਲੇ ਨਿਤਾ ਪ੍ਰਤੀ ਮਰੇ ਹੋਏ ਡੰਗਰਾਂ ਨੂੰ ਖਿੱਚਣ ਅਤੇ ਧੂਣ ਵਾਲੀ ਹੈ। ਪਰ ਮੇਰਾ ਪ੍ਰਭੂ ਵਿੱਚ ਲੀਨ ਹੋਣ ਕਰਕੇ, ਮੇਰਾ ਮਨ ਪ੍ਰਭੂ ਵਿੱਚ ਲੱਗਣ ਕਰਕੇ ਹੁਣ ਮੈਂ ਬ੍ਰਾਹਮਣ ਜਾਤ ਦੇ ਮੁਖੀ ਲੋਕ ਵੀ ਮੈਨੂੰ ਆਣ ਕੇ ਪ੍ਰਣਾਮ ਕਰਦੇ ਹਨ। ਉਹ ਕਿਉਂ ਕਰਦੇ ਹਨ? ਕਿ ਮੇਰੇ ਹਿਰਦੇ ਵਿੱਚ ਪਰਮਾਤਮਾ ਦਾ ਵਾਸਾ ਹੈ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਉਚਾਰਦੇ ਹਨ ਕਿ ਹੇ ਪ੍ਰਭੂ, ਇੱਕ ਤੇਰੇ ਨਾਮ ਦੀ ਸ਼ਰਨ ਗ੍ਰਹਿਣ ਕਰਨ ਦੇ ਨਾਲ ਹੀ ਮੇਰੇ ਨਾਲ ਅਜਿਹਾ ਸਭ ਕੁਝ ਵਾਪਰਿਆ ਹੈ। ਤਾਂ ਇਸੇ ਤਰ੍ਹਾਂ ਜਿਸ ਤਰ੍ਹਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਫਰਮਾਨ ਕੀਤਾ ਹੈ ਕਿ ਜੋ ਵੀ ਇਨਸਾਨ ਮੰਦੇ ਚੰਗੇ ਕੰਮ ਕਰਦਾ ਹੈ, ਜੇਕਰ ਉਹ ਪ੍ਰਭੂ ਪਰਮਾਤਮਾ ਦੇ ਨਾਲ, ਪ੍ਰਭੂ ਪਰਮਾਤਮਾ ਦੀ ਭਗਤੀ ਕਰਦਾ ਹੈ, ਉਸ ਦਾ ਨਾਮ ਜਪਦਾ ਹੈ, ਪ੍ਰਭੂ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ, ਤਾਂ ਉਸ ਦੇ ਸਾਰੇ ਮਾੜੇ ਕੰਮ ਜੋ ਕਰਮ ਹਨ ਉਹ ਵੀ ਕੱਟੇ ਜਾਂਦੇ ਹਨ। ਤੇ ਗੁਰੂ ਰੂਪ ਸਾਧ ਸੰਗਤ ਜੀ, ਤੁਸੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਹੁਣੇ ਜੋ ਹੁਕਮਨਾਮਾ ਸਰਵਣ ਕੀਤਾ ਹੈ, ਪਰਮਾਤਮਾ ਗੁਰੂ ਰਵਿਦਾਸ ਮਹਾਰਾਜ ਜੀ ਇਸ ਹੁਕਮਨਾਮੇ ਦੇ ਚੱਲਣ ਅਨੁਸਾਰ ਸਭ ਸੰਗਤਾਂ ਤੇ ਮਿਹਰ ਭਰਿਆ ਹੱਥ ਰੱਖਣ ਤੇ ਸਾਧੂ ਸੰਗ, ਭਜਨ ਪ੍ਰਤਾਪ, ਘਰਾਂ ਵਿੱਚ ਸੁੱਖ ਸ਼ਾਂਤੀ ਇਤਫਾਕ ਬਖਸ਼ਣ ਜੀ। ਤੇ ਨਵਾਂ ਸਾਲ ਜੋ ਚੜ੍ਹਿਆ ਹੈ ਉਸ ਦੀ ਮੈਂ ਸਾਰੇ ਜਗਤ ਨੂੰ ਬਹੁਤ ਬਹੁਤ ਵਧਾਈ ਦਿੰਦੀ ਹਾਂ। ਇਹ ਨਵੇਂ ਸਾਲ ਵਿੱਚ ਪਰਮਾਤਮਾ ਸਭ ਨੂੰ ਖੁਸ਼ੀਆਂ, ਸੁੱਖ ਸ਼ਾਂਤੀ ਤੇ ਸਭ ਤੇ ਮੇਰਾ ਭਰਿਆ ਪਰਮਾਤਮਾ ਹੱਥ ਰੱਖੇ। ਤੇ ਮੇਰੇ ਵੱਲੋਂ ਸਭ ਸੰਗਤਾਂ ਨੂੰ ਜੈ ਗੁਰਦੇਵ, ਧੰਨ ਗੁਰਦੇਵ ਜੀ। ਤੇ ਹੁਣ ਤੁਸੀਂ ਬੀਬੀ ਹਰਭਜਨ ਜੀ ਪਾਸੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਮਹਿਮਾ ਸਰਵਣ ਕਰੋ ਜੀ। ਸਤਨਾਮ ਵਾਹਿਗੁਰੂ, ਸਤਨਾਮ ਹਰਸੋ ਹੀਰਾ ਛੱਡ ਕੇ करे आन की आस, ते नर दोजिक जाएंगे सत पाखे रविदास, ते नर दोजिक जाएंगे सत पाखे रविदास। गुरु रूप प्यारी साध संगत जी, ਅੰਮ੍ਰਿਤ ਵੇਲੇ ਕਾਂਛੀ ਟੀਵੀ ਦੇ ਜੁੜ ਬੈਠੀਆਂ ਸਭ ਸੰਗਤਾਂ ਨੂੰ ਮੈਂ ਜੈ ਗੁਰਦੇਵ ਬੁਲਾਉਂਦੀ ਹਾਂ ਅਤੇ ਧੰਨ ਗੁਰਦੇਵ ਅਤੇ ਨਵੇਂ ਸਾਲ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਸ਼ਬਦ ਹੈ, ਦਰਸ਼ਨ ਦੀਜੇ ਰਾਮ, ਦਰਸ਼ਨ ਦੀਜੇ, ਦਰਸ਼ਨ ਦੀਜੇ, ਦਰਸ਼ਨ ਦੀਜੇ ਰਾਮ, ਦਰਸ਼ਨ ਦੀਜੇ, ਦਰਸ਼ਨ ਦੀਜੇ, ਦਰਸ਼ਨ ਦੀਜੇ ਵਿਲੰਬ ਨਾ ਕੀਜੇ, ਦਰਸ਼ਨ ਦੀਜੇ ਵਿਲੰਬ ਨਾ ਕੀਜੇ, ਦਰਸ਼ਨ ਦੀਜੇ ਰਾਮ, ਦਰਸ਼ਨ ਦੀਜੇ, ਦਰਸ਼ਨ ਦੀਜੇ, ਦਰਸ਼ਨ ਦੀਜੇ ਰਾਮ, ਦਰਸ਼ਨ ਦੀਜੇ, ਦਰਸ਼ਨ ਦੀਜੇ। ਦਰਸ਼ਨ ਤੋਰਾ ਜੀਵਨ ਮੋਰਾ, ਦਰਸ਼ਨ ਤੋਰਾ ਜੀਵਨ ਮੋਰਾ, ਬਿਨ ਦਰਸ਼ਨ ਕਿਉ ਜੀਵੇ ਚਕੋਰਾ, ਦਰਸ਼ਨ ਦੀਜੇ, ਦਰਸ਼ਨ ਦੀਜੇ, ਦਰਸ਼ਨ ਦੀਜੇ ਰਾਮ, ਦਰਸ਼ਨ ਦੀਜੇ, ਦਰਸ਼ਨ ਦੀਜੇ। ਮਾਧੋ ਸਤਿਗੁਰ ਸਭ ਜਗ ਚੇਲਾ, ਮਾਧੋ ਸਤਿਗੁਰ ਸਭ ਜਗ ਚੇਲਾ, ਅਬ ਕੇ ਵਿਛਰੇ ਮਿਲਨ ਦਹੇਲਾ, ਦਰਸ਼ਨ ਦੀਜੇ, ਦਰਸ਼ਨ ਦੀਜੇ, ਦਰਸ਼ਨ ਦੀਜੇ ਰਾਮ, ਦਰਸ਼ਨ ਦੀਜੇ, ਦਰਸ਼ਨ ਦੀਜੇ। ਤਨ ਜੋਬਨ ਕੀ ਝੂਠੀ ਆਸਾ, ਤਨ ਜੋਬਨ ਕੀ ਝੂਠੀ ਆਸਾ, ਸਤ ਸਤ ਪਾਕੇ ਜਨ ਰਵਿਦਾਸਾ, ਦਰਸ਼ਨ ਦੀਜੇ, ਦਰਸ਼ਨ ਦੀਜੇ, ਦਰਸ਼ਨ ਦੀਜੇ ਰਾਮ, ਦਰਸ਼ਨ ਦੀਜੇ, ਦਰਸ਼ਨ ਦੀਜੇ। ਤਨ ਜੋਬਨ ਕੀ ਝੂਠੀ ਆਸਾ, ਤਨ ਜੋਬਨ ਕੀ ਝੂਠੀ ਆਸਾ, ਸਤ ਸਤ ਪਾਕੇ ਜਨ ਰਵਿਦਾਸਾ, ਦਰਸ਼ਨ ਦੀਜੇ, ਦਰਸ਼ਨ ਦੀਜੇ, ਦਰਸ਼ਨ ਦੀਜੇ ਰਾਮ, ਦਰਸ਼ਨ ਦੀਜੇ, ਦਰਸ਼ਨ ਦੀਜੇ, ਦਰਸ਼ਨ ਦੀਜੇ ਰਾਮ, ਦਰਸ਼ਨ ਦੀਜੇ, ਦਰਸ਼ਨ ਦੀਜੇ। ਸਤਨਾਮ ਜੀ ਮਹਾਰਾਜ। ਸਤਨਾਮ। ਗੁਰੂ ਪਿਆਰੀ ਸਾਧ ਸੰਗਤ ਜੀ, ਗੀਤ ਹੈ, ਸੰਗਤਾਂ ਨੂੰ ਤਾਰ ਗਈ, ਤਾਰ ਗਈ ਤੇਰੀ ਬਾਣੀ। ਸੰਗਤਾਂ ਨੂੰ ਤਾਰ ਗਈ,
ਤਾਰ ਗਈ ਤੇਰੀ ਬਾਣੀ, ਸੰਗਤਾਂ ਨੂੰ ਤਾਰ ਗਈ ਤੇਰੀ ਬਾਣੀ। ਕਿਸੇ ਨੂੰ ਤੇਰੇ ਬਚਨ ਤਾਰ ਗਏ, ਕਿਸੇ ਨੂੰ ਕੁਨ ਦਾ ਪਾਣੀ, ਕਿਸੇ ਨੂੰ ਤੇਰੇ ਬਚਨ ਤਾਰ ਗਏ, ਕਿਸੇ ਨੂੰ ਕੁਨ ਦਾ ਪਾਣੀ। ਸੰਗਤਾਂ ਨੂੰ ਤਾਰ ਗਈ ਤੇਰੀ ਬਾਣੀ, ਸੰਗਤਾਂ ਨੂੰ ਤਾਰ ਗਈ। ਵਿਪਰਾ ਨੇ ਸੀ ਕਹਿਰ ਕਮਾਇਆ, ਵਿਪਰਾ ਨੇ ਸੀ ਕਹਿਰ ਕਮਾਇਆ। ਊਚ ਨੀਚ ਦਾ ਪਾੜਾ ਪਾਇਆ, ਊਚ ਨੀਚ ਦਾ ਪਾੜਾ ਪਾਇਆ। ਦੁਨੀਆ ਦੇ ਏਕੇ ਦੀ ਖਾਤਰ ਆ ਕੇ ਤੁਸਾਂ ਨੇ ਸੰਖ ਵਜਾਇਆ। ਭੁੱਲਿਆ ਤੇ ਵੀ ਭੁੱਲ ਨਹੀਂ ਸਕਦੇ ਕੌਤਕ ਤੇਰੇ ਨਿਆਰੇ। ਜੀ ਸਤਿਗੁਰ ਐਸੇ ਸ਼ਬਦ ਚਾਰੇ, ਸੰਗਤਾਂ ਨੂੰ ਤਾਰ ਗਈ ਤੇਰੀ ਬਾਣੀ, ਸੰਗਤਾਂ ਨੂੰ ਤਾਰ ਗਈ ਤੇਰੀ ਬਾਣੀ। ਜ਼ੁਲਮਾਂ ਦੇ ਮੋਰੇ ਖੜਨਾ ਦੱਸਿਆ, ਜ਼ੁਲਮਾਂ ਦੇ ਮੋਰੇ ਖੜਨਾ ਦੱਸਿਆ। ਹੱਕਾਂ ਦੇ ਲਈ ਲੜਨਾ ਦੱਸਿਆ, ਹੱਕਾਂ ਦੇ ਲਈ ਲੜਨਾ ਦੱਸਿਆ। ਦੇਸ਼ ਧਰਮ ਤੇ ਕੌਮ ਦੀ ਖਾਤਰ ਬਦਲੀ ਅੱਗ ਵਿੱਚ ਸੜਨਾ ਦੱਸਿਆ। ਪੰਡਤਾਂ ਦਾ ਹੰਕਾਰ ਤੋੜਿਆ, ਐਸੇ ਖੇਡ ਰਚਾਏ। ਜੀ ਜੰਜੂ ਚਾਰੇ ਕੱਢ ਦਿਖਾਏ, ਸੰਗਤਾਂ ਨੂੰ ਤਾਰ ਗਈ ਤੇਰੀ ਬਾਣੀ, ਸੰਗਤਾਂ ਨੂੰ ਤਾਰ ਗਈ ਤੇਰੀ ਬਾਣੀ। ਚਾਲਾਂ ਬਾਈ ਤੇ ਮੀਰਾ ਮਾਈ, ਸਭ ਦੀਆਂ ਬਦਲੀਆਂ ਤੂੰ ਤਕਦੀਰਾਂ। ਚਾਲਾਂ ਬਾਈ ਤੇ ਮੀਰਾ ਮਾਈ, ਸਭ ਦੀਆਂ ਬਦਲੀਆਂ ਤੂੰ ਤਕਦੀਰਾਂ। ਦਰ ਤੇਰੇ ਤੇ ਸਜਦਾ ਕੀਤਾ, ਐ ਆ ਕੇ ਗੋਰਖਨਾਥ ਫਕੀਰਾ। ਵਹਿਮਾਂ ਭਰਮ ਸਭ ਦਿਲ ਚੋਂ ਕੱਢ ਕੇ ਸਿੱਧੇ ਰਸਤੇ ਪਾਇਆ। ਜੀ ਦਰਦੀ ਦੁਖੀਆਂ ਦਾ ਬਣ ਕੇ ਆਇਆ, ਦਰਦੀ ਦੁਖੀਆਂ ਦਾ ਬਣ ਕੇ ਆਇਆ। ਜੰਗਲ ਵਿੱਚ ਬਚਾ ਲਈ ਹਰਨੀ, ਰਾਜੇ ਰਾਣੇ ਲਾਗੇ ਚਰਨੀ। ਜੰਗਲ ਵਿੱਚ ਬਚਾ ਲਈ ਹਰਨੀ, ਰਾਜੇ ਰਾਣੇ ਲਾਗੇ ਚਰਨੀ। ਤੁਸਾਂ ਨੇ ਦੱਸਿਆ ਸਾਰੇ ਜਗ ਨੂੰ, ਪੈ ਜਾਂਦੀ ਏ ਕਰਨੀ ਪਰਨੀ। ਹੋ ਗਈ ਮੇਰ ਜਿਨ੍ਹਾਂ ਤੇ ਤੇਰੀ, ਜਗ ਵਿੱਚ ਮਾਣ ਵਧਾਇਆ। ਜੀ ਸੰਗਤਾਂ ਨੂੰ ਤਾਰ ਗਈ ਤੇਰੀ ਬਾਣੀ, ਸੰਗਤਾਂ ਨੂੰ ਤਾਰ ਗਈ ਤੇਰੀ ਬਾਣੀ। ਜੈ ਗੁਰਦੇਵ, ਧੰਨ ਗੁਰਦੇਵ। ਗੁਰੂ ਰੂਪੀ ਸਾਧ ਸੰਗਤ ਜੀ, ਸਤਿਗੁਰਾਂ ਦਾ ਫਰਮਾਨ ਹੈ ਕਿ ਸਤਿਗੁਰਾਂ ਦੀ ਜੋ ਬਾਣੀ ਹੈ ਉਹ ਸਭ ਸੰਗਤਾਂ ਨੂੰ ਤਾਰ ਦਿੰਦੀ ਹੈ, ਸਭ ਸੰਗਤਾਂ ਨੂੰ ਤਾਰਦੀ ਹੈ, ਕੁੱਲ ਜਹਾਨ ਨੂੰ ਤਾਰਦੀ ਹੈ। ਜਿਸ ਤਰ੍ਹਾਂ ਮੀਰਾ ਬਾਈ ਜੀ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਕੁੰਨ ਦਾ ਪਾਣੀ ਪੀਤਾ ਤੇ ਉਹ ਤਰ ਗਏ, ਉਹਨਾਂ ਨੇ ਆਪਣਾ ਜੀਵਨ ਸਫਲਾ ਕੀਤਾ। ਇਸੇ ਤਰ੍ਹਾਂ ਜੋ ਵੀ ਪ੍ਰਾਣੀ ਸਤਿਗੁਰਾਂ ਦੀ ਸ਼ਰਨ ਵਿੱਚ ਜਾਂਦਾ ਹੈ ਉਹ ਤਰ ਜਾਂਦਾ ਹੈ। ਜਿਸ ਤਰ੍ਹਾਂ ਸੰਤ ਤੁਜੀ ਜਨ ਸੰਗਤ ਪ੍ਰਾਨ, ਸਤਿਗੁਰ ਗਿਆਨ ਜਾਣੇ ਸੰਤ ਦੇਵਾ ਦੇਵ। ਸਤਿਗੁਰ ਰਵਿਦਾਸ ਮਹਾਰਾਜ ਜੀ ਇਸ ਸ਼ਬਦ ਵਿੱਚ ਉਚਾਰਨ ਕਰਦੇ ਹਨ ਕਿ ਹੇ ਪ੍ਰਭੂ ਜੀ, ਸੰਤ ਮਹਾਪੁਰਸ਼ ਤੁਹਾਡੇ ਤਨ ਦਾ ਸਰੂਪ ਹੈ, ਭਾਵ ਉਹ ਤੁਹਾਡੇ ਤਨ ਤੋਂ ਬਣੇ ਹਨ। ਜਿਹੜੀ ਉਹਨਾਂ ਦੀ ਸੰਗਤ ਹੈ ਉਹ ਮੇਰੇ ਪ੍ਰਾਣ ਹਨ ਤੇ ਮੈਂ ਸਤਿਗੁਰਾਂ ਦਾ ਗਿਆਨ ਪਾ ਕੇ ਸਮਝ ਗਿਆ ਹਾਂ। ਸਮਝ ਲਿਆ ਹੈ ਕਿ ਜੋ ਸੰਤ ਮਹਾਪੁਰਸ਼ ਹਨ ਉਹ ਦੇਵਤਿਆਂ ਦੇ ਵੀ ਦੇਵਤੇ ਹਨ। ਸੰਤ ਕੀ ਸੰਗਤ ਸੰਤ ਕਥਾ ਰਸ, ਸੰਤ ਪ੍ਰੇਮ ਮਾਝੈ ਦੀਜੇ ਦੇਵਾ ਦੇਵ। ਸੰਤਾਂ ਦੀ ਕਥਾ ਦਾ ਰਸ ਅਤੇ ਸੰਤਾਂ ਵਿੱਚ ਪਿਆਰ ਕਰਨਾ, ਇਹ ਸਭ ਕੁਛ ਪ੍ਰਭੂ ਦੇ ਹੇ ਦੇਵ ਇਹ ਸਾਨੂੰ ਬਖਸ਼ ਦਿਓ। ਮੈਂ ਸੰਗਤਾਂ ਦੀ ਸੇਵਾ ਕਰਾਂ, ਸੰਤਾਂ ਨਾਲ ਪਿਆਰ ਕਰਾਂ। ਜਿਸ ਪ੍ਰਭੂ ਪਰਮਾਤਮਾ ਵਿੱਚ ਸੰਤਾਂ ਦੀ ਪ੍ਰੀਤੀ ਹੈ ਉਸ ਵਿੱਚ ਉਹ ਪ੍ਰੀਤੀ ਮੈਨੂੰ ਵੀ ਬਖਸ਼ ਦਿਓ, ਕਿਉਂਕਿ ਸੰਤਾਂ ਦੇ ਬਚਨ ਹਰ ਜੀਵ ਲਈ ਕਲਿਆਣਕਾਰੀ ਹਨ ਤੇ ਸੰਤ ਮਹਾਪੁਰਸ਼ ਹੀ ਸਾਨੂੰ ਸੱਚੇ ਤੇ ਸਿੱਧੇ ਰਸਤੇ ਤੇ ਅੱਛੇ ਕਰਮ ਕਰਨ ਲਈ ਦੱਸਦੇ ਹਨ ਤੇ ਸੰਤ ਮਹਾਪੁਰਸ਼ ਹੀ ਸਾਨੂੰ ਸੱਚੇ ਰਸਤੇ ਤੇ ਭੇਜਦੇ ਹਨ। ਅਤੇ ਪ੍ਰਭੂ ਪਰਮਾਤਮਾ ਦੀ
ਪਾਵਨ ਪਵਿੱਤਰ ਬਾਣੀ ਦੇ ਨਾਲ ਵੀ ਜੋੜਦੇ ਹਨ। ਸੰਤ ਆਚਰਣ ਸੰਤ ਚੋ ਮਾਰਗ, ਸੰਤ ਚੋ ਉਲਗ ਉਲਗਣੀ। ਹੇ ਸੱਚੇ ਸਤਿਗੁਰ, ਮੇਰੇ ਪੱਲੇ ਵਿੱਚ, ਮੇਰੀ ਕਿਸਮਤ ਵਿੱਚ ਸੰਤਾਂ ਦੀ ਸੰਗਤ ਕਰਨਾ, ਸੰਤਾਂ ਨਾਲ ਪ੍ਰੇਮ ਕਰਨਾ ਤੇ ਸੰਤਾਂ ਦੀ ਸੇਵਾ ਕਰਨੀ ਤੇ ਸੰਤਾਂ ਵਾਲਾ ਆਚਰਣ ਤੇ ਸੰਤਾਂ ਦੇ ਦੱਸੇ ਹੋਏ ਮਾਰਗ ਤੇ ਜਿਨ੍ਹਾਂ ਰਸਤਿਆਂ ਤੇ ਉਹ ਉੱਪਰ ਆਪ ਚੱਲਦੇ ਹਨ, ਮੈਂ ਵੀ ਉਹਨਾਂ ਰਸਤਿਆਂ ਤੇ ਚੱਲਾਂ ਤੇ ਮੇਰਾ ਨਿਸ਼ਚਾ ਪੱਕਾ ਕਰੋ ਤਾਂ ਕਿ ਮੈਂ ਉਹਨਾਂ ਦਾ ਦਾਸ ਬਣ ਕੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਸਕਾਂ। ਜਿਹੜੀ ਲਗਨ ਪ੍ਰਭ ਮਿਲਣ ਵਾਲੀ ਸੰਤਾਂ ਨੂੰ ਲੱਗੀ ਹੈ, ਉਹ ਲਗਨ ਮੈਨੂੰ ਵੀ ਲਗਾਓ। ਜਿਸ ਜੀਵ ਨੇ ਸੰਤਾਂ ਦੀ ਸੰਗਤ ਕੀਤੀ ਹੈ, ਉਹ ਭਵ ਸਾਗਰ ਤੋਂ ਤਰ ਜਾਂਦਾ ਹੈ। ਔਰ ਇੱਕ ਮੰਗੋ ਭਗਤ ਚਿੰਤਾਮਨ, ਜਨੀ ਲਖਵਾਓ ਅਸੰਤ ਪਾਪਸਨ। ਹੇ ਪ੍ਰਮਾਤਮਾ, ਮੈਂ ਤੁਹਾਡੇ ਕੋਲੋਂ ਇੱਕ ਹੋਰ ਦੁਰਲੱਭ ਵਸਤੂ ਮੰਗਦਾ ਹਾਂ ਕਿ ਚਿੰਤਾਮਣੀ ਵਾਂਗੂ ਮਨ ਵਿੱਚ ਇੱਛਤ ਚੀਜ਼ਾਂ ਦੇਣ ਵਾਲੀ ਭਗਤੀ ਮੈਨੂੰ ਬਖਸ਼ੋ ਅਤੇ ਜੋ ਪਾਪਾਂ ਸਮੇਤ ਖੋਟੇ ਪੁਰਸ਼ ਹਨ, ਜਿਨ੍ਹਾਂ ਦਾ ਕੰਮ ਹੀ ਪਾਪ ਕਰਨਾ ਹੈ, ਮੈਨੂੰ ਉਹਨਾਂ ਦੇ ਦਰਸ਼ਨ ਵੀ ਕਦੇ ਨਾ ਕਰਾਉਣੇ, ਮੈਂ ਕਦੇ ਵੀ ਉਹਨਾਂ ਦੇ ਦਰਸ਼ਨ ਨਾ ਕਰਾਂ। ਰਵਿਦਾਸ ਬਣੇ ਜੋ ਜਾਣੇ ਸੋ ਜਾਣ, ਸੰਤ ਅਨੰਤ ਹੈ ਅੰਤਰ ਨਹੀਂ। ਸਤਿਗੁਰੂ ਰਵਿਦਾਸ ਮਹਾਰਾਜ ਜੀ ਉਚਾਰਦੇ ਹਨ ਕਿ ਪ੍ਰਭੂ ਜੀ ਸੰਸਾਰੀ ਲੋਕ ਸੰਤਾਂ ਨੂੰ ਜਿਸ ਤਰ੍ਹਾਂ ਵੀ ਜਾਣਦੇ ਹਨ, ਉਹਨਾਂ ਨੂੰ ਉਸੇ ਤਰ੍ਹਾਂ ਹੀ ਜਾਣੀ ਜਾਣ ਦਿਓ, ਕਿਉਂਕਿ ਉਹ ਕਿਸੇ ਦੇ ਸਮਝਾਇਆ ਨਹੀਂ ਸਮਝ ਸਕਦੇ। ਪਰ ਮੇਰੇ ਉੱਪਰ ਇੱਕ ਮਿਹਰ ਕਰੋ, ਦਇਆ ਕਰੋ ਕਿ ਮੈਂ ਸੰਤਾਂ ਤੇ ਆਪ ਜੀ ਦੇ ਵਿੱਚ ਕੋਈ ਫਰਕ ਨਾ ਸਮਝਾਂ। ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਇਹ ਸ਼ਬਦ ਵਿੱਚ ਇਹੀ ਸਮਝਾਉਣਾ ਕੀਤਾ ਹੈ ਕਿ ਸੰਤਾਂ ਅਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਹੈ ਤੇ ਮੈਨੂੰ ਸੰਤਾਂ ਦੀ ਸੇਵਾ ਬਖਸ਼ੋ ਤੇ ਜੋ ਅਸੰਤ ਹਨ, ਪਾਪੀ ਹਨ, ਪਾਪ ਕਰਦੇ ਹਨ, ਉਹ ਕਦੇ ਵੀ ਮੈਂ ਉਹਨਾਂ ਦੇ ਦਰਸ਼ਨ ਨਾ ਕਰਾਂ ਤੇ ਨਾ ਮੈਨੂੰ ਕਦੇ ਵੀ ਉਹਨਾਂ ਦੇ ਦਰਸ਼ਨ ਕਰਾਉਣੇ। ਗੁਰੂ ਰਵਿਦਾਸ ਮਹਾਰਾਜ ਜੀ ਆਪ ਜਾਣੀ ਜਾਣ ਸਨ ਤੇ ਦੁਨੀਆ ਦੇ ਮਾਲਕ, ਫਿਰ ਵੀ ਉਹ ਆਪਣੇ ਪ੍ਰਭੂ ਪਰਮਾਤਮਾ ਮੋਰੇ ਇਹੀ ਬੇਨਤੀ ਕਰਦੇ ਸਨ ਕਿ ਮੈਂ ਉਹਨਾਂ ਦੇ ਹੁਕਮ ਅਨੁਸਾਰ ਚੱਲਦਾ ਰਹਾਂ ਤੇ ਮੈਂ ਉਹਨਾਂ ਦੇ ਹੁਕਮ ਦੇ ਅਨੁਸਾਰ ਚੱਲਾਂ। ਹੁਣ ਤੁਸੀਂ ਬੀਬੀ ਜੀ ਹਰਭਜਨ ਰੱਤੂ ਪਾਸੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਸਰਵਣ ਕਰੋ ਜੀ। ਗੁਰੂ ਪਿਆਰੀ ਸਾਧ ਸੰਗਤ ਜੀਓ, ਜੈ ਗੁਰਦੇਵ, ਧੰਨ ਗੁਰਦੇਵ। ਕਾਂਛੀ ਟੀਵੀ ਨਾਲ ਜੁੜ ਬੈਠੀਆਂ ਸੰਗਤਾਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਹਰਭਜਨ ਕੌਰ ਰੱਤੂ ਵੱਲੋਂ ਜੀ। ਸ਼ਲੋਕ। ਹਰ ਸੋ ਹੀਰਾ ਛੱਡ ਕੇ ਕਰੇ ਆਨ ਕੀ ਆਸ, ਤੇ ਨਰ ਦੋਜਕ ਜਾਏਂਗੇ ਸਤ ਪਾਖੇ ਰਵਿਦਾਸ। ਇਹ ਸ਼ਬਦ ਅੰਮ੍ਰਿਤ ਬਾਣੀ ਵਿੱਚੋਂ ਹੈ। ਐਸੀ ਲਾਲ ਤੁਝ ਬਿਨ ਕੌਣ ਕਰੇ, ਐਸੀ ਲਾਲ ਤੁਧ ਬਿਨ ਕੌਣ ਕਰੇ, ਗਰੀਬ ਨਿਵਾਜਕ ਸਈਆ ਮੇਰਾ, ਗਰੀਬ ਨਿਵਾਜਕ ਸਈਆ ਮੇਰਾ, ਮਾਥੇ ਛਤਰ ਤਰੇ ਰਹਾਓ, ਐਸੀ ਲਾਲ ਤੁਧ ਬਿਨ ਕੌਣ ਕਰੇ, ਐਸੀ ਲਾਲ ਤੁਧ ਬਿਨ ਕੌਣ ਕਰੇ, ਜਾਂ ਕੀ ਛੋਤ ਜਗਤ ਕੋ ਲਾਗੇ, ਜਾਂ ਕੀ ਛੋਤ ਜਗਤ ਕੋ ਲਾਗੇ, ਤਾਂ ਪਰ ਤੂੰ ਹੀ ਟਰੇ, ਐਸੀ ਲਾਲ ਤੁਧ ਬਿਨ ਕੌਣ ਕਰੇ, ਐਸੀ ਲਾਲ ਤੁਧ ਬਿਨ ਕੌਣ ਕਰੇ, ਨੀਚੋਂ ਊਚ ਕਰੇ ਮੇਰਾ ਗੋਬਿੰਦ, ਨੀਚੋਂ ਊਚ ਕਰੇ ਮੇਰਾ ਗੋਬਿੰਦ,
काहू ते न डरे, ऐसी लाल तुद बिन कौन करे, ऐसी लाल तुद बिन कौन करे। नाम देव कबीर त्रिलोचन, नाम देव कबीर त्रिलोचन, सदना सैन तरे, ऐसी लाल तुद बिन कौन करे, ऐसी लाल तुद बिन कौन करे। कह रविदास सुनो रे संतो, कह रविदास सुनो रे संतो, हर जियो ते सबे सरे, ऐसी लाल तुद बिन कौन करे, ऐसी लाल तुद बिन कौन करे, ऐसी लाल तुद बिन कौन करे। जय गुरुदेव। ਗੁਰੂ ਰੂਪੀ ਸਾਧ ਸੰਗਤ ਜੀ, ਤੁਸੀਂ ਹੁਣੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚੋਂ ਸ਼ਬਦ ਸਰਵਣ ਕੀਤਾ ਹੈ। ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਵਾਜ ਗਸਈਆਂ ਮੇਰਾ ਮਾਥੇ ਛਤਰ ਤਰੇ। ਸਤਿਗੁਰੂ ਰਵਿਦਾਸ ਮਹਾਰਾਜ ਜੀ ਇਸ ਸ਼ਬਦ ਵਿੱਚ ਉਚਾਰਦੇ ਹਨ ਕਿ ਹੇ ਪ੍ਰਮਾਤਮਾ, ਤੁਹਾਡੇ ਬਿਨਾ ਮੇਰੇ ਵੱਲ ਕੌਣ ਮਿਹਰ ਦੀ ਨਿਗਾਹ ਕਰ ਸਕਦਾ ਹੈ, ਕੌਣ ਮਿਹਰ ਦੀ ਨਿਗਾਹ ਕਰੇ। ਇੱਕ ਤੂੰ ਹੀ ਹੈ ਗਰੀਬ ਨਵਾਜ, ਤੂੰ ਹੀ ਹੈ ਮੇਰਾ ਮਾਲਕ, ਤੁਸੀਂ ਹੀ ਮੇਰੇ ਉੱਪਰ ਮਿਹਰ ਕਰ ਸਕਦੇ ਹੋ, ਤੁਸੀਂ ਮੇਰੇ ਤੇ ਮਿਹਰ ਕੀਤੀ ਹੈ, ਤੁਸੀਂ ਹੀ ਮੇਰੇ ਸਿਰ ਉੱਪਰ ਇੱਕ ਜਸ ਰੂਪੀ ਛਤਰ ਚਲਾਇਆ ਹੈ। ਜਿਨ੍ਹਾਂ ਨੀਚ ਕਰਮਾਂ ਦੀ ਸ਼ੋਹਤ ਸਾਰੇ ਜੱਗ ਨੂੰ ਲੱਗੀ ਹੋਈ ਹੈ, ਉਹਨਾਂ ਇਨਸਾਨਾਂ ਉੱਪਰ ਤੂੰ ਆਪ ਹੀ ਕਿਰਪਾਲੂ ਹੁੰਦਾ ਹੈ। ਇੱਕ ਤੂੰ ਹੀ ਹੈ ਮੇਰਾ ਗੋਬਿੰਦ, ਤੂੰ ਹੀ ਹੈ ਮੇਰਾ ਮਾਲਕ, ਜਿਸ ਨੇ ਨੀਚ ਕਰਮਾਂ ਦਾ ਨਾਸ਼ ਕਰਕੇ ਮਨ ਨੂੰ ਸ਼ੁੱਧ ਕੀਤਾ ਹੋਇਆ ਹੈ। ਪ੍ਰਭੂ ਜੀ, ਆਪ ਅਜਿਹਾ ਕਰਨ ਲੱਗੇ ਕਿਸੇ ਕੋਲੋਂ ਡਰਦੇ ਨਹੀਂ। ਆਪ ਜੀ ਦੀ ਰਹਿਮਤ ਦੇ ਨਾਲ ਨਾਮਦੇਵ, ਕਬੀਰ, ਤਿਲੋਚਨ, ਸਦਨਾ ਅਤੇ ਸੈਨ ਜੀ ਤਰ ਗਏ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਉਚਾਰਦੇ ਹਨ ਕਿ ਹੇ ਸੰਤ ਜਨੋ, ਮੇਰੀ ਗੱਲ ਨੂੰ ਸੁਣਨਾ ਕਰੋ ਅਤੇ ਪਰਮਾਤਮਾ ਕੋਲੋਂ ਸਭ ਕੁਝ ਮਿਲ ਸਕਦਾ ਹੈ। ਜੇਕਰ ਅਸੀਂ ਪ੍ਰਭੂ ਪਰਮਾਤਮਾ ਨੂੰ ਸੱਚੇ ਦਿਲ ਨਾਲ ਧਿਆਉਂਦੇ ਹਾਂ ਤਾਂ ਪਰਮਾਤਮਾ ਸਾਨੂੰ ਸਭ ਕੁਝ ਦਿੰਦਾ ਹੈ। ਹੁਣ ਤੁਸੀਂ ਬੀਬੀ ਪ੍ਰੀਤਮ ਜੀ ਪਾਸੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚੋਂ ਸ਼ਬਦ ਸਰਵਣ ਕਰੋ ਜੀ। जय गुरुदेव। प्यारी साध संगत जी, श्री गुरु रविदास महाराज जी की अमृत बाणी चों पदे। करे एकागर भरत को, सिमरै नित करतार, साहिब की सब रीत को, कौन कते विस्तार, जिसकी कुदरत आत बड़ी, जाने कौन विचार, सतगुण नित हृदय बसे, मिलसी ठौर अपार, गुर की लखो दयालता, सतगुर की उपसार, कह रविदास भगवान ने, दास दिए जगतार। प्रथम सत सब रूप था, वह अविनाशी आप, मद वह आपक हो रहा, तिसको तू मन जाप। अंत समय भी रहोगे निरंकार प्रताप, मन बाणी करके भजे, मन चित कल विष पाप। दाता करता आप है, तरत काश व्याप, महिमा बौ बेअंत है, सतगुर ते होए थाप। सोहन नाम की तन लगी, दिल के अंदर आप, कह रविदास विचार के, जानो गुर प्रताप। आसा बाणी। हर 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 हरे, हर सिमरत जन गए निस्तर तरे। रहाओ। By repeating God, 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 and while meditating His name,
the saints and sinners became free of the transmigration. हर के नाम कबीर उजागर, जन्म जन्म के काटे कागर. By the devotion of God, Kabir ji became renowned, and his sins of many births were not taken into account by the Anala. Nimat naam deo doodh piyaya, deo jag janmak sankat nahi aaya. Namdev ji was being duty bound, presented milk to him. Thereafter, Namdev was freed from the torment of transmigration. Jan Ravidas Ram Rang Rata, Eo Gur Prasad Narak Nahi Jata. Therefore, Ravidas ji got immersed in the love of God. Thus, by the grace of the Guru, Ravidas ji shall not go to hell. Asa Bani. माटी को पुत्रा कैसे नचत है, देखे देखे सुने बोले दौड़ियो फिरत है रहाओ. The human is a puppet of clay who is dancing, peeping all around. He is hearing, speaking and running continuously. जब कुछ पावे तब गर्व करत है, माया गई तब रोवण लगत है. When he's acquired something, the person becomes very proudy. Once the possession is gone, he begins to weep. Man bach karam kas ras kase lubana, binsi gai jayo jai kaho samana. He is fascinated by the imaginary thoughts, actions and misdeeds. When his wealth and happiness shatters, he begins to feel inferior and is very unabsorbed. Keh Ravidas baji jag pai, baji garasiyo mo priti baniyai. Guru Ravidas ji described the world, a play of the juggler, because everything collapses when the juggler goes away. The juggler is the immortal one, and his acts are false. So I established the friendly and loving relations with that of the true juggler, the God. Jai Gurudev. I'd like to wish... ਜੀ ਤੁਸੀਂ ਹੁਣੇ ਬੀਬੀ ਪ੍ਰੀਤਮ ਜੀ ਪਾਸੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਵਿੱਚੋਂ ਸ਼ਬਦ ਸਰਵਣ ਕੀਤਾ ਹੈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਇਸ ਸ਼ਬਦ ਵਿੱਚ ਉਚਾਰਦੇ ਹਨ ਕਿ ਹਰੀ ਦਾ ਹਰ ਹਰ ਨਾਮ ਪਹਿਲਾਂ ਵੀ ਹਰਾ ਕਰਨ ਵਾਲਾ ਭਾਵ ਪ੍ਰਾਣੀ ਨੂੰ ਜੀਵਨ ਬਖਸ਼ਣ ਵਾਲਾ ਸੀ, ਤੇ ਹਰੀ ਦਾ ਹਰ ਹਰ ਨਾਮ ਹੁਣ ਵੀ ਜੀਵ ਨੂੰ ਸ਼ੁਭ ਗੁਣਾਂ ਦੀਆਂ ਦਾਤਾਂ ਬਖਸ਼ਣ ਵਾਲਾ ਹੈ, ਅਤੇ ਹਰੀ ਦਾ ਹਰ ਹਰ ਨਾਮ ਅੱਗੇ ਨੂੰ ਵੀ ਦੁਨੀਆ ਉੱਪਰ ਆਪਣੀ ਮਿਹਰ ਦੀ ਨਜ਼ਰ ਕਰਨ ਵਾਲਾ ਹੋਵੇਗਾ। ਜਿਹੜੇ ਇਸ ਭਾਵ ਸਾਗਰ ਨੂੰ ਪਾਰ ਨਹੀਂ ਸੀ ਕਰ ਸਕਦੇ, ਨਹੀਂ ਤਰ ਸਕਦੇ ਸਨ, ਉਹ ਵੀ ਹਰੀ ਦਾ ਨਾਮ ਜਪ ਕੇ ਉਹ ਵੀ ਤਰ ਗਏ, ਭਾਵ ਸਾਗਰ ਤੋਂ ਉਹ ਵੀ ਪਾਰ ਹੋ ਗਏ। ਹਰੀ ਦਾ ਨਾਮ ਜਪ ਕੇ ਕਬੀਰ ਜੀ ਇਸ ਦੁਨੀਆ ਵਿੱਚ ਪ੍ਰਗਟ ਹੋਏ ਅਤੇ ਪ੍ਰਭੂ ਨੇ ਉਹਨਾਂ ਦੀ ਭਗਤੀ ਦੇ ਕਾਰਨ ਉਹਨਾਂ ਦੇ ਜਨਮ ਦੇ ਮਾੜੇ ਕਰਮਾਂ ਦੇ ਹਿਸਾਬ ਵਾਲੇ ਜੋ ਕਾਗਜ਼ ਸਨ ਉਹ ਸਭ ਭਸਮ ਕਰ ਦਿੱਤੇ। ਜਿਸ ਵੇਲੇ ਨਾਮਦੇਵ ਜੀ ਦੇ ਪਿਤਾ ਜੀ ਇੱਕ ਦਿਨ ਬਾਹਰ ਗਏ ਤੇ ਉਹਨਾਂ ਨੇ ਆਪਣੇ ਨਾਮਦੇਵ ਜੀ ਨੂੰ ਆਪਣੇ ਪੁੱਤਰ ਨੂੰ ਕਿਹਾ ਕਿ ਤੁਸੀਂ ਪਰਮਾਤਮਾ ਨੂੰ ਪ੍ਰਭੂ ਨੂੰ ਜਿਸ ਦੀ ਉਹ ਪੂਜਾ ਕਰਦੇ ਸਨ ਕਿ ਉਹਨਾਂ ਨੂੰ ਦੁੱਧ ਪਿਲਾਉਣਾ ਹੈ, ਉਹਨਾਂ ਦੀ ਸੇਵਾ ਕਰਨੀ ਹੈ। ਤੇ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਸਤਿਗੁਰ ਨਾਮਦੇਵ ਜੀ ਨੇ ਉਹੀ ਕੰਮ ਕੀਤਾ ਜੋ ਕਿ ਉਹਨਾਂ ਦੇ ਪਿਤਾ ਜੀ ਕਹਿ ਗਏ ਸਨ, ਪਰ ਜੋ ਉਹਨਾਂ ਦੇ ਪਿਤਾ ਜੀ ਸਾਰੀ ਉਮਰ ਵਿੱਚ ਨਹੀਂ ਕਰ ਸਕਦੇ ਤੇ ਸਤਿਗੁਰ ਨਾਮਦੇਵ ਜੀ ਨੇ ਉਹ ਕੰਮ ਥੋੜੇ ਦਿਨਾਂ ਵਿੱਚ ਕਰਕੇ ਦਿਖਾ ਦਿੱਤਾ। ਭਾਵ ਨਾਮਦੇਵ ਜੀ ਮੁਕਤੀ ਪਾ ਗਏ ਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਉਚਾਰਦੇ ਹਨ ਕਿ ਮੈਂ ਸੇਵਕ ਜਨ ਸਤਿਗੁਰਾਂ ਦੀ ਕਿਰਪਾ ਨਾਲ ਰਾਮ ਦੇ ਪ੍ਰੇਮ ਵਿੱਚ ਰੰਗ ਰੱਤਾ ਹੋਇਆ ਹਾਂ, ਇਸ ਕਰਕੇ ਹੁਣ ਮੈਂ ਨਰਕਾਂ ਨੂੰ ਨਹੀਂ ਜਾਵਾਂਗਾ।
ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਇਹੀ ਫਰਮਾਨ ਕੀਤਾ ਹੈ ਕਿ ਜੋ ਵੀ ਜੀਵ ਪਰਮਾਤਮਾ ਦਾ ਨਾਮ ਜਪਦਾ ਹੈ ਉਹ ਕੋਈ ਦੁੱਖ ਕਸ਼ਟ ਨਹੀਂ ਸਹਾਰਦਾ। ਜਿਸ ਤਰ੍ਹਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਨੀਵੀਂ ਜਾਤੀ ਵਿੱਚ ਪ੍ਰਗਟ ਹੋ ਕੇ ਸਭ ਸੁੱਖਾਂ ਦੀ ਪ੍ਰਾਪਤੀ ਕੀਤੀ, ਆਪਣੇ ਪ੍ਰਭੂ ਨੂੰ ਪਾਇਆ ਜੋ ਕਿ ਉੱਚੀ ਜਾਤ ਦੇ ਬ੍ਰਾਹਮਣ ਸਨ। ਉਹ ਆਪਣੀ ਜਾਤ ਦੇ ਬਹੁਤ ਮਾਣ ਕਰਦੇ ਸਨ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਉਹਨਾਂ ਨੂੰ ਵੀ ਸੱਚੇ ਤੇ ਸਿੱਧੇ ਰਸਤੇ ਚੱਲਣ ਦਾ ਆਦੇਸ਼ ਦਿੱਤਾ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਆਪਣੀ ਭਗਤੀ ਵੱਲੋਂ ਮੁੱਖ ਨਹੀਂ ਮੋੜਿਆ। ਤੇ ਹੁਣ ਤੁਸੀਂ ਵੀਰ ਧਰਮਪਾਲ ਜੀ ਪਾਸੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਸ਼ਬਦ ਸਰਵਣ ਕਰੋ ਜੀ। ਹਰਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ, ਤੇ ਨਰ ਦੋਜਕ ਜਾਏਂਗੇ ਸਤ ਪਾਖੈ ਰਵਿਦਾਸ। ਕਾਂਚੀ ਟੀਵੀ ਤੇ ਜੁੜ ਬੈਠੀਆਂ ਸੰਗਤਾਂ ਨੂੰ ਦਾਸ ਵੱਲੋਂ ਜੈ ਗੁਰਦੇਵ ਧੰਨ ਗੁਰਦੇਵ। ਆਪ ਧੰਨਤਾ ਦੇ ਯੋਗ ਵਡਿਆਈ ਦੇ ਪਾਤਰ ਬਣਦੇ ਹੋ ਕਿ ਜਿਨ੍ਹਾਂ ਨੂੰ ਅੰਮ੍ਰਿਤ ਵੇਲੇ ਉੱਠ ਕੇ ਸਤਿਗੁਰਾਂ ਦੇ ਪਾਵਨ ਬਚਨਾਂ ਦੇ ਨਾਲ ਜੁੜਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਜਗਤ ਗੁਰੂ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਬਚਨ ਕਰਦੇ ਹਨ ਕਿ ਸਾਧੂ ਕੀ ਜੋ ਲੈ ਓਟ, ਤੇਰੇ ਮਿਟੇ ਪਾਪ ਸਭ ਕੋਟ ਕੋਟ। ਕਹਿ ਰਵਿਦਾਸ ਜੋ ਜਪੈ ਨਾਮ, ਤਿਸ ਜਾਤ ਨਾ ਜਨਮ ਨਾ ਜੌਨ ਕਾਮ। ਜਿਸ ਪਰਮਾਤਮਾ ਨੇ ਸਾਨੂੰ ਪੈਦਾ ਕੀਤਾ ਹੈ ਉਸ ਨੇ ਨਾਮ ਦੀ ਦੌਲਤ ਸਾਡੇ ਅੰਦਰ ਸਾਡੇ ਵਾਸਤੇ ਰੱਖ ਕੇ ਉਸ ਦਾ ਭੇਦ ਗੁਰਮੁਖਾਂ ਦੇ ਹਵਾਲੇ ਕਰ ਦਿੱਤਾ ਹੈ। ਇਸ ਲਈ ਉਸ ਵਸਤੂ ਦੀ ਪ੍ਰਾਪਤੀ ਵਾਸਤੇ ਸਾਧੂ ਸੰਤਾਂ ਮਹਾਤਮਾ ਦੀ ਸੰਗਤ ਤੇ ਸੋਭਤ ਕਰਨੀ ਪੈਂਦੀ ਹੈ। ਜਦੋਂ ਅਸੀਂ ਉਹਨਾਂ ਪਾਸੋਂ ਨਾਮ ਦੀ ਦੌਲਤ ਪ੍ਰਾਪਤ ਕਰਕੇ ਤੇ ਨਾਮ ਦੀ ਕਮਾਈ ਕਰਦੇ ਹਾਂ, ਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਹਨ ਕਿ ਉਹਨਾਂ ਸਾਧੂ ਕੀ ਜੋ ਲੈ ਓਟ, ਤੇਰੇ ਮਿਟੇ ਪਾਪ ਸਭ ਕੋਟ ਕੋਟ। ਕਿ ਉਹਨਾਂ ਦੇ ਜਨਮਾਂ ਜਨਮਾਂ ਦੇ ਪਾਪ ਜਿਹੜੇ ਕੱਟੇ ਜਾਂਦੇ ਹਨ। ਤੇ ਫਿਰ ਅੱਗੋਂ ਫਰਮਾਉਂਦੇ ਹਨ, ਕਹਿ ਰਵਿਦਾਸ ਜੋ ਜਪੈ ਨਾਮ, ਤਿਸ ਜਾਤ ਨਾ ਜਨਮ ਨਾ ਜੋਨੀ ਕਾਮ। ਉਹਨੂੰ ਫਿਰ ਜੋਨੀਆਂ ਤੇ ਜਨਮਾਂ ਵਿੱਚ ਨਹੀਂ ਲੈਣਾ ਪੈਂਦਾ, ਉਹਨੂੰ ਜੂਨਾਂ ਵਿੱਚ ਭਟਕਣਾ ਨਹੀਂ ਪੈਂਦਾ, ਕਿਉਂਕਿ ਉਹ ਆਪਣੇ ਸਤਿਗੁਰਾਂ ਦਾ ਨਾਮ ਜਪ ਕੇ ਉਹਦਾ ਹੀ ਰੂਪ ਹੋ ਜਾਂਦੇ ਹਨ। ਇਹ ਅਵਸਥਾ ਤਦੇ ਬਣਦੀ ਹੈ ਜਦੋਂ ਅਸੀਂ ਸਾਧੂ ਸੰਤਾਂ ਮਹਾਤਮਾ ਦੀ ਸੰਗਤ ਤੇ ਸੋਭਤ ਕਰਦੇ ਹਾਂ। ਹੁਣ ਤੀਸਰੀ ਪਾਤਸ਼ਾਹੀ ਵੀ ਇਹੋ ਹੀ ਫਰਮਾਉਂਦੇ ਹਨ ਕਿ ਬਿਨ ਗੁਰ ਦਾਤੇ ਕੋਈ ਨਾ ਪਾਏ, ਲੱਖ ਕੋਟੀ ਜੇ ਕਰਮ ਕਮਾਏ। ਅੱਗੋਂ ਫਿਰ ਆਪਣੀ ਬਾਣੀ ਵਿੱਚ ਸਮਝਾਉਂਦੇ ਹਨ, ਸਤਿਗੁਰ ਸੇਵੇ ਸਦਾ ਸੁਖ ਪਾਏ, ਸਤਿਗੁਰ ਅਲਖ ਦਿੱਤਾ ਲਿਖਾਈ। ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਇਹੋ ਹੀ ਫਰਮਾਉਂਦੇ ਹਨ, ਕਹੋ ਨਾਨਕ ਪ੍ਰਭੂ ਇਹ ਜਨਾਈ, ਬਿਨ ਗੁਰ ਮੁਕਤ ਨਾ ਪਾਈਐ ਭਾਈ। ਫਿਰ ਕਹਿੰਦੇ ਹਨ, ਮਤ ਕੋਈ ਭਰਮ ਭੁੱਲੈ ਸੰਸਾਰ, ਗੁਰ ਬਿਨ ਕੋਈ ਨਾ ਉਤਰੇ ਸਪਾਰ। ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਵੀ ਕਹਿੰਦੇ ਹਨ, ਸੰਤੋ ਸੁਨੋ ਸੁਨੋ ਜਨ ਭਾਈ, ਗੁਰ ਕਾਢੀ ਬਾਂਹ ਕੁਚੀਜੈ। ਜੇ ਆਤਮ ਕੋ ਸੁਖ ਸੁਖ ਨਿਤ ਲੋੜੋ, ਤਾਂ ਸਤਿਗੁਰ ਸ਼ਰਨ ਪਵੀਜੈ। ਕੁਲ ਮਹਾਤਮਾ ਗੁਰਮੁਖਾਂ ਦੀ ਸੰਗਤ ਤੇ ਸੋਭਤ ਤੇ ਬਹੁਤ ਜ਼ੋਰ ਦਿੰਦੇ ਹਨ। ਇਹਨਾਂ ਬਿਨਾਂ ਸਾਡਾ ਮੁਕਤੀ ਪ੍ਰਾਪਤ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਪੰਜਵੀਂ ਪਾਤਸ਼ਾਹੀ ਵੀ ਆਪਣੀ ਬਾਣੀ ਵਿੱਚ ਲਿਖਦੇ ਹਨ, ਸ਼ਾਸਤਰ ਵੇਦ ਸਿਮਰਤ ਸਭ ਸੋਧੇ, ਸਭ ਏਕੈ ਬਾਤ ਪਕਾਰੀ। ਬਿਨ ਗੁਰ ਮੁਕਤ ਨਾ ਕੋ ਪਾਵੈ, ਮਨ ਵੇਖੋ ਕਰ ਵਿਚਾਰੀ। ਤੀਸਰੀ ਪਾਤਸ਼ਾਹੀ ਦੇ ਵੀ ਇਹੋ ਬਚਨ ਹਨ ਕਿ ਬਿਨ ਸਤਿਗੁਰ ਕੋ ਨਾਉ ਨਾ ਪਾਏ, ਪ੍ਰਭੂ ਐਸੀ ਬਣਤ ਬਣਾਈਏ। ਫਰੀਦ ਮਹਾਰਾਜ ਜੀ ਵੀ ਉਹੀ ਸਮਝਾਉਂਦੇ ਹਨ, ਫਰੀਦਾ ਸ਼ੱਕਰ ਖੰਡ ਨਿਵਾਸ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤਾਂ ਮਿੱਠੀਆਂ, ਰੱਬ ਨਾ ਪੂਜਨੇ ਤੁਧ। ਮਹਾਤਮਾ ਭਾਵੇਂ ਕਿਸੇ ਕੌਮ, ਕਿਸੇ ਮੁਲਕ, ਕਿਸੇ ਦੇਸ਼, ਕਿਸੇ ਵਿੱਚ ਕਿਉਂ ਨਾ ਆਏ ਹੋਣ, ਹਰੇਕ ਮਹਾਤਮਾ ਦਾ ਇੱਕੋ ਹੀ ਸੰਦੇਸ਼ ਹੈ, ਇੱਕੋ ਹੀ ਤਜਰਬਾ ਹੈ। ਕੋਈ ਵੀ ਮਹਾਤਮਾ ਦੁਨੀਆ ਵਿੱਚ ਕੌਮਾਂ ਜਾਂ ਮਜ਼੍ਹਬਾਂ ਬਣਾਉਣ ਲਈ ਆਉਂਦਾ ਅਤੇ ਨਾ ਹੀ ਸਾਨੂੰ ਇੱਕ ਦੂਸਰੇ ਨਾਲ ਲੜਨਾ ਭਿੜਨਾ ਸਿਖਾਉਣ ਲਈ ਆਉਂਦਾ ਹੈ। ਮਹਾਤਮਾ ਸਾਡੇ ਅੰਦਰ
ਉਸ ਮਾਲਕ ਦੀ ਭਗਤੀ ਦਾ ਸ਼ੌਂਕ ਤੇ ਪਿਆਰ ਪੈਦਾ ਕਰਨ ਲਈ ਅਤੇ ਸਾਨੂੰ ਇਸ ਦੇਹ ਦੇ ਬੰਧਨਾਂ ਤੋਂ ਆਜ਼ਾਦ ਕਰਕੇ ਕੁੱਲ ਮਾਲਕ ਨਾਲ ਮਿਲਾਉਣ ਲਈ ਆਉਂਦੇ ਹਨ। ਪਰ ਅਸੀਂ ਦੁਨੀਆ ਦੇ ਜੀਵ ਅਜਿਹੇ ਮਾਲਕ ਦੇ ਭਗਤਾਂ ਪਿਆਰਿਆਂ ਦੇ ਜਾਣ ਮਗਰੋਂ ਬਾਹਰਮੁਖੀ ਹੋ ਜਾਂਦੇ ਹਾਂ, ਕਰਮ ਕਾਂਡ ਵਿੱਚ ਉਲਝ ਜਾਂਦੇ ਹਾਂ ਤੇ ਉਹਨਾਂ ਮਹਾਤਮਾ ਦੇ ਅਸਲੀ ਤਜਰਬੇ ਤੇ ਉਪਦੇਸ਼ ਨੂੰ ਬਿਲਕੁਲ ਭੁੱਲ ਜਾਂਦੇ ਹਾਂ। ਅਸੀਂ ਮਹਾਤਮਾ ਦੀ ਅਸਲੀ ਸਿੱਖਿਆ ਤੇ ਰੂਹਾਨੀਅਤ ਨੂੰ ਛੋਟੇ-ਛੋਟੇ ਧਰਮਾਂ ਜਾਂ ਮਜ਼ਹਬਾਂ ਦੀ ਸ਼ਕਲ ਦੇਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਇੱਕ ਦੂਜੇ ਨਾਲ ਲੜਨਾ ਭਿੜਨਾ ਸ਼ੁਰੂ ਕਰ ਦਿੰਦੇ ਹਾਂ। ਅਸੀਂ ਉਹਨਾਂ ਭਗਤਾਂ ਨਾਲ ਇਸ ਤੋਂ ਵੱਧ ਹੋਰ ਕੀ ਬੇਇਨਸਾਫੀ ਕਰ ਸਕਦੇ ਹਾਂ। ਇਹ ਸਭ ਕੁਝ ਅਸੀਂ ਆਪਣੇ ਪੇਟ ਦੀ ਖਾਤਰ ਜਾਂ ਮਾਣ ਵਡਿਆਈ ਦੀ ਖਾਤਰ ਕਰਦੇ ਹਾਂ। ਜੇਕਰ ਤੰਗਦਿਲੀ ਛੱਡ ਕੇ ਅਸੀਂ ਕਿਸੇ ਵੀ ਮਹਾਤਮਾ ਦੇ ਤਜਰਬੇ ਦੀ ਖੋਜ ਕਰਨ ਦੀ ਕੋਸ਼ਿਸ਼ ਕਰੀਏ ਤਾਂ ਇਹੋ ਹੀ ਸਮਝ ਆਉਂਦੀ ਹੈ ਕਿ ਹਰ ਮਹਾਤਮਾ ਦਾ ਇੱਕੋ ਹੀ ਉਪਦੇਸ਼ ਹੈ ਤੇ ਇੱਕੋ ਹੀ ਸੰਦੇਸ਼ ਹੈ। ਸਭ ਤੋਂ ਪਹਿਲਾਂ ਮਹਾਤਮਾ ਸਾਨੂੰ ਸਮਝਾਉਂਦੇ ਹਨ ਕਿ ਜੋ ਕੁਝ ਵੀ ਦੁਨੀਆ ਦੀ ਰਚਨਾ ਨਜ਼ਰ ਆ ਰਹੀ ਹੈ, ਜੋ ਚਲਦੀ ਫਿਰਦੀ ਮਾਇਆ ਦਿਸਦੀ ਹੈ, ਇਹ ਸਭ ਆਪਣੇ ਆਪ ਪੈਦਾ ਨਹੀਂ ਹੋਈ। ਇਸ ਦੀ ਰਚਨਾ ਕਰਨ ਵਾਲਾ ਕੋਈ ਨਾ ਕੋਈ ਜ਼ਰੂਰ ਹੈ। ਉਸੇ ਨੂੰ ਅਸੀਂ ਕਰਤਾ ਜਾਂ ਕਰਤਾਰ ਕਹਿੰਦੇ ਹਾਂ। ਉਹ ਇੱਕ ਪਰਮਾਤਮਾ ਹੈ ਜਿਸ ਦੇ ਆਪਣੇ ਪ੍ਰੇਮ ਪਿਆਰ ਵਿੱਚ ਆ ਕੇ ਅਸੀਂ ਹਜ਼ਾਰਾਂ ਹੀ ਅਨੇਕਾਂ ਇਨਾਮ ਰੱਖੇ ਹੋਏ ਹਨ। ਉਹ ਜੋ ਕੁਝ ਵੀ ਨਜ਼ਰ ਆ ਰਿਹਾ ਹੈ, ਇਸ ਸਭ ਦੀ ਰਚਨਾ ਉਸ ਪਰਮਾਤਮਾ ਨੇ ਕੀਤੀ ਹੈ। ਸਾਡੀ ਆਤਮਾ ਉਸ ਪਰਮਾਤਮਾ ਦੀ ਅੰਸ਼ ਹੈ। ਅਸੀਂ ਉਸ ਸਤਨਾਮ ਸਮੁੰਦਰ ਦੇ ਕਤਰੇ ਹਾਂ, ਉਸੇ ਸੂਰਜ ਦੀ ਇੱਕ ਕਿਰਨ ਹਾਂ। ਸਤਿਗੁਰੂ ਕਬੀਰ ਮਹਾਰਾਜ ਜੀ ਆਪਣੀ ਬਾਣੀ ਵਿੱਚ ਸਮਝਾਉਂਦੇ ਹਨ, ਕਹੋ ਕਬੀਰ ਇਹੋ ਰਾਮ ਕੀ ਅੰਸ਼। ਤੁਲਸੀ ਸਾਹਿਬ ਦੀ ਵੀ ਆਪਣੀ ਬਾਣੀ ਵਿੱਚ ਇਹੋ ਹੀ ਕਹਿੰਦੇ ਹਨ, ਚੌਥੇ ਲੋਕ ਵਾਸਤਿਕ ਸੁਆਮੀ ਜੀਵ ਅੰਸ਼ ਉਸ ਅੰਤਰਯਾਮੀ। ਰਮਾਇਣ ਵਿੱਚ ਗਸਾਈ ਤੁਲਸੀਦਾਸ ਵੀ ਕਹਿੰਦੇ ਹਨ, ਈਸ਼ਵਰ ਅੰਸ਼ ਜੀਵ ਅਵਿਨਾਸੀ ਚੇਤਨ ਅਮਲ ਸਹਿਜ ਸੁਖ ਰਾਸੀ। ਸ਼੍ਰੀ ਗੁਰੂ ਨਾਨਕ ਸਾਹਿਬ ਵੀ ਇਹੋ ਹੀ ਉਪਦੇਸ਼ ਕਰਦੇ ਹਨ, ਆਤਮ ਮੈਂ ਰਾਮ, ਰਾਮ ਮੈਂ ਆਤਮ, ਚੀਨ ਸੇ ਗੁਰ ਵਿਚਾਰਾ। ਕਿ ਆਤਮਾ ਦੇ ਅੰਦਰ ਉਹ ਪਰਮਾਤਮਾ ਹੈ ਅਤੇ ਪਰਮਾਤਮਾ ਦੇ ਅੰਦਰ ਉਹ ਆਤਮਾ ਹੈ। ਹਜ਼ੂਰ ਕਈ ਵਾਰ ਸਤਸੰਗ ਵਿੱਚ ਸਮਝਾਇਆ ਕਰਦੇ ਸਨ, ਮਿਸਾਲ ਦੇ ਤੌਰ ਤੇ ਇੱਕ ਬੋਹੜ ਦਾ ਦਰਖਤ ਕਿੱਡਾ ਵੱਡਾ ਹੁੰਦਾ ਹੈ, ਪਰ ਇਸ ਦਾ ਬੀਜ ਕਿੰਨਾ ਛੋਟਾ ਹੁੰਦਾ ਹੈ। ਜੇਕਰ ਕੋਈ ਸਾਨੂੰ ਸਮਝਾਉਣਾ ਚਾਹੇ ਕਿ ਸਮਝਾਉਣ ਦੀ ਕੋਸ਼ਿਸ਼ ਵੀ ਕਰੇ ਕਿ ਇਸ ਬੋਹੜ ਦੇ ਛੋਟੇ ਜਿਹੇ ਬੀਜ ਅੰਦਰ ਬੋਹੜ ਦਾ ਇੱਕ ਕਿਤਨਾ ਵੱਡਾ ਦਰਖਤ ਹੈ, ਤਾਂ ਥੋੜ੍ਹੇ ਕੀਤੇ ਇਹ ਗੱਲ ਸਾਡੀ ਸਮਝ ਵਿੱਚ ਆਉਣੀ ਮੁਸ਼ਕਲ ਹੈ। ਪਰ ਜੇ ਅਸੀਂ ਉਸੇ ਬੀਜ ਨੂੰ ਜ਼ਮੀਨ ਵਿੱਚ ਬੀਜ ਦਈਏ ਤਾਂ ਉਹ ਬੋਹੜ ਦਾ ਇਤਨਾ ਵੱਡਾ ਦਰਖਤ ਹੈ, ਤਾਂ ਥੋੜ੍ਹੇ ਕੀਤੇ ਇਹ ਗੱਲ ਸਾਡੀ ਸਮਝ ਵਿੱਚ ਆਉਣੀ ਮੁਸ਼ਕਲ ਹੈ। ਪਰ ਜੇ ਅਸੀਂ ਉਸੇ ਬੀਜ ਨੂੰ ਜ਼ਮੀਨ ਵਿੱਚ ਬੀਜ ਦਈਏ ਤਾਂ ਉਹ ਬੋਹੜ ਦਾ ਨਿੱਕਾ ਜਿਹਾ ਪੌਦਾ ਬਣ ਕੇ ਪਲਦਾ ਕਿੱਡਾ ਵੱਡਾ ਰੁੱਖ ਬਣ ਜਾਂਦਾ ਹੈ। ਫਿਰ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇਸ ਛੋਟੇ ਜਿਹੇ ਬੀਜ ਦੇ ਅੰਦਰ ਐਡਾ ਵੱਡਾ ਬੋਹੜ ਦਾ ਰੁੱਖ ਹੈ ਅਤੇ ਇਸ ਰੁੱਖ ਦੇ ਅੰਦਰ ਬੋਹੜ ਦਾ ਛੋਟਾ ਜਿਹਾ ਬੀਜ ਹੈ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਸਮਝਾਉਂਦੇ ਹਨ ਕਿ ਜਦ ਗੁਰਮੁਖਾਂ ਦੇ ਉਪਦੇਸ਼ 'ਤੇ ਚੱਲ ਕੇ ਅਸੀਂ ਆਪਣੇ ਅੰਦਰ ਖੋਜ ਕਰਾਂਗੇ ਤਾਂ ਸਾਨੂੰ ਪਤਾ ਲੱਗ ਜਾਵੇਗਾ ਕਿ ਪਰਮਾਤਮਾ ਦੇ ਅੰਦਰ ਆਤਮਾ ਹੈ ਅਤੇ ਜਿਸ ਪਰਮਾਤਮਾ ਦੀ ਸਾਨੂੰ ਖੋਜ ਹੈ ਉਹ ਸਾਡੀ ਆਤਮਾ ਦੇ ਅੰਦਰ ਹੈ। ਸਾਡੀ ਆਤਮਾ ਉਸ ਪਰਮਾਤਮਾ ਦੀ ਅੰਸ਼ ਹੈ, ਉਸ ਸਤਨਾਮ ਸਮੁੰਦਰ ਦਾ ਕਤਰਾ ਹੈ, ਪਰਮੇਸ਼ਰ ਰੂਪੀ ਸੂਰਜ ਦੀ ਕਿਰਨ ਹੈ। ਅਸੀਂ ਉਸ ਮਾਲਕ ਤੋਂ ਵਿਛੜ ਕੇ ਇਸ ਮਾਇਆ ਦੇ ਜਾਲ ਵਿੱਚ ਉਲਝੇ ਹੋਏ ਹਾਂ। ਇੱਥੇ ਆ ਕੇ ਸਾਡੀ ਆਤਮਾ ਨੇ ਮਨ ਦਾ ਸਾਥ ਲੈ ਲਿਆ। ਸਾਡਾ ਮਨ ਇੰਦਰੀਆਂ ਤੇ ਭੋਗਾਂ ਵਿਸ਼ੇ ਵਿਕਾਰਾਂ ਸ਼ਰਾਬਾਂ ਦੀ ਦੁਨੀਆ ਤੇ ਧੰਦਿਆਂ ਦਾ ਆਸ਼ਕ ਹੈ। ਜੋ ਕਰਮ ਤਾਬੇ ਹੋ ਕੇ ਕਰਦੇ ਹਾਂ ਉਹਨਾਂ ਦਾ ਨਤੀਜਾ ਸਾਡੀ ਆਤਮਾ ਨੂੰ ਹੀ ਭੁਗਤਣਾ ਪੈਂਦਾ ਹੈ, ਕਿਉਂਕਿ ਆਤਮਾ ਤੇ ਮਨ ਦੀ ਗੱਠ ਵੱਜੀ ਹੋਈ ਹੈ। ਇਸੇ ਲਈ ਰਿਸ਼ੀਆਂ ਮੁਨੀਆਂ ਨੇ ਇਸ ਦੁਨੀਆ ਨੂੰ ਕਰਮ ਭੂਮੀ ਕਿਹਾ ਹੈ। ਹਜ਼ਰਤ ਮੁਹੰਮਦ ਸਾਹਿਬ ਨੇ ਇਸ ਨੂੰ ਆਖਤ ਦੀ ਖੇਤੀ ਆਖਿਆ ਹੈ। ਗੋਸਾਈ ਤੁਲਸੀਦਾਸ ਜੀ ਰਮਾਇਣ ਵਿੱਚ ਕਹਿੰਦੇ ਹਨ, ਕਰਮ ਪ੍ਰਧਾਨ ਵਿਸ਼ਵ ਰਚ ਰਾਖਾ, ਜੇ ਜਸ ਕੀਨ ਤਾਸ ਫਲ ਚਾਖਾ। ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ ਕਥਨ ਹੈ, ਦੱਦਾ ਦੋਸ਼ ਨਾ ਦਊ ਕਿਸੈ ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜਾ ਅਵਰ ਜਨਾ।
ਸ੍ਰੀ ਗੁਰੂ ਨਾਨਕ ਸਾਹਿਬ ਜੀ ਇਸ ਨੂੰ ਕਰਮਾਂ ਸੰਦੜਾ ਖੇਤ ਕਹਿੰਦੇ ਹਨ। ਜੋ ਜੋ ਕਰਮ ਅਸੀਂ ਇਸ ਦੁਨੀਆ ਵਿੱਚ ਆ ਕੇ ਕਰਦੇ ਹਾਂ, ਅੱਛੇ ਹੋਣ ਚਾਹੇ ਬੁਰੇ ਹੋਣ, ਉਹਨਾਂ ਸਾਰਿਆਂ ਦਾ ਨਤੀਜਾ ਸਾਨੂੰ ਹਮੇਸ਼ਾ ਹੀ ਸਰੀਰ ਦੇ ਬੰਧਨਾਂ ਵਿੱਚ ਪੈ ਕੇ ਭੁਗਤਣਾ ਪੈਂਦਾ ਹੈ। ਇਸੇ ਤਰ੍ਹਾਂ ਹਜ਼ਰਤ ਈਸਾ ਨੇ ਦੱਸਿਆ ਹੈ ਕਿ ਜੋ ਕੁਝ ਤੁਸੀਂ ਬੀਜੋਗੇ ਸੋ ਹੀ ਤੁਹਾਨੂੰ ਕੱਟਣਾ ਪਵੇਗਾ। ਜੇਕਰ ਅਸੀਂ ਜ਼ਮੀਨ ਦੇ ਵਿੱਚ ਮਿਰਚਾਂ ਬੀਜਾਂਗੇ ਤਾਂ ਸਾਨੂੰ ਮਿਰਚਾਂ ਦੀ ਫਸਲ ਕੱਟਣੀ ਪਵੇਗੀ। ਜੇਕਰ ਅਸੀਂ ਅੰਬ ਦਾ ਪੌਦਾ ਲਗਾਉਣਾ ਹੈ ਤਾਂ ਅੰਬਾਂ ਦਾ ਫਲ ਖਾਣ ਦਾ ਹੱਕਦਾਰ ਹੋ ਜਾਂਦਾ ਹੈ। ਜੇਕਰ ਅਸੀਂ ਨੇਕ ਕਰਮ ਕਰਾਂਗੇ ਤਾਂ ਸੇਠ ਸ਼ਾਹੂਕਾਰ ਬਣ ਕੇ ਆ ਜਾਵਾਂਗੇ। ਸੀ ਕਲਾਸ ਕੈਦ ਮੁਕੱਦਰ ਦੀ ਥਾਂ ਏ ਕਲਾਸ ਨਜ਼ਰਬੰਦ ਕੈਦੀ ਬਣ ਜਾਵਾਂਗੇ। ਸੀ ਕਲਾਸ ਕੈਦ ਮੁਕੱਦਰ ਦੀ ਥਾਂ ਏ ਕਲਾਸ ਨਜ਼ਰਬੰਦ ਕੈਦੀ ਬਣ ਜਾਵਾਂਗੇ। ਝੁੱਗੀ ਵਿੱਚੋਂ ਬਿਸਤਰਾ ਚੁੱਕ ਕੇ ਮਹਿਲਾਂ ਵਿੱਚ ਜਾ ਵਿਛਾਵਾਂਗੇ। ਲੋਹੇ ਦੀਆਂ ਜੰਜੀਰਾਂ ਲੁਹਾ ਕੇ ਸੋਨੇ ਦੀਆਂ ਬੇੜੀਆਂ ਪਵਾ ਲਵਾਂਗੇ। ਵੱਧ ਤੋਂ ਵੱਧ ਅਸੀਂ ਸਵਰਗਾਂ ਵਿਕੁੰਠਾਂ ਵਿੱਚ ਪਹੁੰਚ ਜਾਵਾਂਗੇ। ਉਹ ਵੀ ਭੋਗ ਜੂਨੀਆਂ ਹਨ ਜਿਨ੍ਹਾਂ ਨੂੰ ਭੁਗਤਣ ਤੇ ਮਗਰੋਂ ਸਾਨੂੰ ਫਿਰ ਇਸੇ 84 ਦੇ ਜੇਲ੍ਹ ਖਾਨੇ ਵਿੱਚ ਆਉਣਾ ਪੈਂਦਾ ਹੈ। ਜੇਕਰ ਬੁਰੇ ਕਰਮ ਕਰਦੇ ਹਾਂ ਤਾਂ ਫਿਰ ਸਾਡੇ ਲਈ ਨਰਕ ਅਤੇ 84 ਦਾ ਚੱਕਰ ਤਿਆਰ ਹੀ ਰਹਿੰਦਾ ਹੈ। ਸਵਾਮੀ ਜੀ ਵੀ ਸਮਝਾਉਂਦੇ ਹਨ, ਕਰਮ ਜੋ ਜੋ ਕਰੇਗਾ ਤੂੰ ਵਹੀ ਫਿਰ ਭੋਗਣਾ ਭਰਨਾ। ਸਹਿਜੋ ਬਾਈ ਕਹਿੰਦੀ ਹੈ, ਪਸ਼ੂ ਪੰਛੀ ਸੁਰ ਨਾਰ ਅਸੁਰ ਜਲਚਰ ਕੀਟ ਪਤੰਗਾ ਸਭੀ ਉਤਪਤੀ ਕਰਮ ਕੀ ਸਹਿਜੋ ਨਾਨਾ ਰੰਗ। ਕਿਆ ਰਾਜਾ ਕਿਆ ਪਰਜਾ ਕਿਆ ਅਮੀਰ ਕਿਆ ਗਰੀਬ ਕਿਆ ਔਰਤ ਕਿਆ ਆਦਮੀ, ਅਸੀਂ ਸਾਰੇ ਹੀ ਦੁਨੀਆ ਦੇ ਜੀਵ ਇਹਨਾਂ ਕਰਮਾਂ ਦੇ ਜਾਲ ਵਿੱਚ ਫਸੇ ਹੋਏ ਹਾਂ। ਇਹਨਾਂ ਕਰਮਾਂ ਦੇ ਕਾਰਨ ਜਿਸ ਜਾਮੇ ਵਿੱਚ ਜਾ ਕੇ ਜਨਮ ਲੈਣਾ ਪੈਂਦਾ ਹੈ, ਦੁੱਖ ਹੀ ਦੁੱਖ, ਮੁਸੀਬਤਾਂ ਹੀ ਮੁਸੀਬਤਾਂ ਸਹਿਣੀਆਂ ਪੈਂਦੀਆਂ ਹਨ। ਉਸ ਮਾਲਕ ਕੋਲੋਂ ਵਿਛੜ ਕੇ ਅਸੀਂ ਕਿਸੇ ਵੀ ਜਾਮੇ ਵਿੱਚ ਸੁੱਖ ਜਾਂ ਸ਼ਾਂਤੀ ਪ੍ਰਾਪਤ ਨਹੀਂ ਕਰ ਸਕਦੇ। ਕਿਸੇ ਵੀ ਜਾਮੇ ਨੂੰ ਲੈ ਕੇ ਛਾਣਬੀਨ ਕਰਕੇ ਦੇਖੋ ਕਿ ਕਿਤੇ ਜਾ ਕੇ ਕਿਸੇ ਨੂੰ ਸੁੱਖ ਨਹੀਂ ਮਿਲਦਾ। ਹਰ ਰੋਜ਼ ਇਨਸਾਨੀ ਖੁਰਾਕ ਦੇ ਵਾਸਤੇ ਹਜ਼ਾਰਾਂ ਕਿਸਮ ਦੇ ਜਾਨਵਰ ਮਾਰੇ ਜਾਂਦੇ ਹਨ। ਕਿਸ ਤਰ੍ਹਾਂ ਉਹਨਾਂ ਦੇ ਗਲਿਆਂ ਤੇ ਅਸੀਂ ਛੁਰੀਆਂ ਚਲਾ ਰਹੇ ਹਾਂ। ਕੀ ਅਸੀਂ ਜਿਹੇ ਕੁਕੜੀ, ਭੇਡ ਜਾਂ ਬੱਕਰੀ ਦੇ ਜਾਮੇ ਵਿੱਚ ਜਾ ਕੇ ਸੁੱਖ ਲੈ ਸਕਦੇ ਹਾਂ? ਅਸੀਂ ਕਦੇ ਇਹ ਖਿਆਲ ਨਹੀਂ ਕੀਤਾ ਕਿ ਜੇ ਆਪਣੇ ਕਰਮਾਂ ਦੇ ਕਾਰਨ ਸਾਨੂੰ ਇਹਨਾਂ ਜਾਮਿਆਂ ਵਿੱਚ ਜਾਣਾ ਪਵੇ, ਸਾਡੀ ਗਰਦਨ ਉਹਨਾਂ ਦੇ ਹੇਠ ਹੋਵੇ, ਉਹਨਾਂ ਦੇ ਹੱਥਾਂ ਵਿੱਚ ਛੁਰੀਆਂ ਕੁਹਾੜੀਆਂ ਹੋਣ ਤਾਂ ਸਾਡਾ ਕੀ ਹਾਲ ਹੋਵੇਗਾ। ਕਈ ਵਾਰ ਜਦ ਡਾਕਟਰ ਟੀਕਾ ਲਾਉਣ ਲੱਗਿਆਂ ਇੱਕ ਪਤਲੀ ਜਿਹੀ ਸੂਈ ਗਰਮ ਕਰਦਾ ਹੈ ਤਾਂ ਸਾਡੀ ਦੇਹ ਥਰ-ਥਰ ਕੰਬਣ ਲੱਗ ਜਾਂਦੀ ਹੈ। ਹਾਲਾਂਕਿ ਇਹ ਸਭ ਕੁਝ ਸਾਡੇ ਲਾਭ ਵਾਸਤੇ ਹੁੰਦਾ ਹੈ, ਪਰ ਉਹਨਾਂ ਗਰੀਬਾਂ ਜਾਨਵਰਾਂ ਦੇ ਗਲਿਆਂ ਤੇ ਕਿਸ ਤਰ੍ਹਾਂ ਜ਼ਬਾਨ ਦੇ ਚਸਕੇ ਕਾਰਨ ਬੇਰਹਿਮੀ ਨਾਲ ਛੁਰੀਆਂ ਚਲਾ ਰਹੇ ਹਾਂ। ਊਠ ਦੇ ਜਾਮੇ ਦੀ ਹਾਲਤ ਦੇਖੋ, ਕਿਸ ਤਰ੍ਹਾਂ ਇਹਦੇ ਉੱਤੇ ਬੋਝ ਲੱਦਿਆ ਹੋਇਆ ਹੈ, ਕਿਸ ਤਰ੍ਹਾਂ ਗਾਂ ਨੂੰ ਖਿੱਚਿਆ ਜਾ ਰਿਹਾ ਹੈ। ਟਾਂਗੇ ਦੇ ਘੋੜੇ ਦੀ ਦਸ਼ਾ ਅਸੀਂ ਰੋਜ਼ ਦੇਖਦੇ ਹਾਂ ਕਿ ਕਿਤਨੀਆਂ ਸਵਾਰੀਆਂ ਉੱਤੇ ਬੈਠੀਆਂ ਹੁੰਦੀਆਂ ਹਨ, ਕਿਸ ਤਰ੍ਹਾਂ ਇਸ ਵਿਚਾਰੇ ਨੂੰ ਤੜਾ-ਤੜ ਚਾਬਕ ਪੈ ਰਹੇ ਹੁੰਦੇ ਹਨ। ਤੇ ਬੈਲ ਦੇ ਜਾਮੇ ਬਾਬਤ ਜਰਾ ਸੋਚੋ, ਬੈਲ ਨੂੰ ਸਾਰਾ ਦਿਨ ਜ਼ਿਮੀਂਦਾਰ ਹਲਾਂ ਅੱਗੇ ਜੋੜੀ ਰੱਖਦੇ ਹਨ। ਜੇ ਕਦੀ ਥੱਕ ਕੇ ਡਿੱਗ ਪਵੇ ਤਾਂ ਲੋਹੇ ਦੀ ਆਰ ਮਾਰ ਕੇ ਉਠਾ ਕੇ ਫਿਰ ਉਸੇ ਤਰ੍ਹਾਂ ਹਲੀ ਲਗਾ ਲੈਂਦੇ ਹਨ। ਮਤਲਬ ਕਿ ਕਿਸੇ ਵੀ ਜਾਮੇ ਨੂੰ ਦੇਖ ਲਵੋ, ਹਰ ਜਾਮੇ ਵਿੱਚ ਦੁੱਖ ਹੀ ਦੁੱਖ, ਮੁਸੀਬਤਾਂ ਹੀ ਮੁਸੀਬਤਾਂ ਦਿਖਾਈ ਦਿੰਦੀਆਂ ਹਨ। ਨੀਚਲੇ ਜਾਮਿਆਂ ਦੀ ਹਾਲਤ ਕੀ ਸੋਚਣੀ ਹੈ। ਇਨਸਾਨ ਦੇ ਜਾਮੇ ਦੀ ਬਾਬਤ ਚੰਗੀ ਤਰ੍ਹਾਂ ਸੋਚ ਕੇ ਦੇਖੋ, ਕਿਤਨੇ ਦੁੱਖ ਮੁਸੀਬਤਾਂ ਦਾ ਹਰ ਰੋਜ਼ ਸਾਹਮਣਾ ਕਰਨਾ ਪੈਂਦਾ ਹੈ। ਹਾਲਾਂਕਿ ਇਸ ਜਾਮੇ ਨੂੰ ਅਸੀਂ ਸਭ ਜੂਨਾਂ ਦਾ ਸਰਦਾਰ ਮੰਨਦੇ ਹਾਂ। ਰਿਸ਼ੀ ਮੁਨੀ ਇਸ ਨੂੰ ਨਾਰਾਇਣੀ ਦੇਹ ਕਹਿ ਕੇ ਸਮਝਾਉਂਦੇ ਹਨ। ਮੁਸਲਮਾਨ ਫਕੀਰ ਇਸ ਨੂੰ ਅਸ਼ਰਫੁਲ ਮਖਲੂਕਾਤ ਕਹਿ ਕੇ ਯਾਦ ਕਰਦੇ ਹਨ। ਇਨਸਾਨੀ ਜਾਮੇ ਨੂੰ ਤਾਂ ਦੇਵੀ ਦੇਵਤੇ ਵੀ ਤਰਸਦੇ ਹਨ, ਪਰ ਇਸ ਜਾਮੇ ਵਿੱਚ ਬੈਠ ਕੇ ਵੀ ਸੁੱਖ ਜਾਂ ਸ਼ਾਂਤੀ ਪ੍ਰਾਪਤ ਨਹੀਂ ਕਰ ਸਕਦੇ। ਕੋਈ ਬਿਮਾਰੀ ਹੱਥੋਂ ਦੁਖੀ ਹੋ ਜਾਂਦਾ ਹੈ, ਕੋਈ ਬੇਰੁਜ਼ਗਾਰੀ ਹੱਥੋਂ ਤੰਗ ਹੈ, ਕਿਸੇ ਦੇ ਘਰ ਔਲਾਦ ਨਹੀਂ ਹੁੰਦੀ, ਉਹ ਦਿਨ ਰਾਤ ਤੜਫਦਾ ਫਿਰਦਾ ਹੈ। ਕਈਆਂ ਨੂੰ ਬਾਲ ਬੱਚਿਆਂ ਨੇ ਦੁਖੀ ਕੀਤਾ ਹੋਇਆ ਹੈ, ਕਿਸੇ ਨੂੰ ਕਰਜ਼ੇ ਦੀ ਚਿੰਤਾ ਹੈ, ਇਸੇ ਫਿਕਰ ਵਿੱਚ ਸਾਰੀ ਰਾਤ ਨੀਂਦ ਨਹੀਂ ਆਉਂਦੀ। ਕਿਸੇ ਨੂੰ ਕਰਜ਼ਾ ਗਰਾਉਣ ਦਾ ਫਿਕਰ ਹੈ, ਉਹ ਸਾਰਾ ਦਿਨ ਕਚਹਿਰੀਆਂ ਵਿੱਚ ਰੁਲਦਾ ਫਿਰਦਾ ਹੈ। ਅਸੀਂ ਹਰ ਰੋਜ਼ ਕੰਗਾਲਾਂ ਨੂੰ ਗਰਮੀ ਤੇ ਸਰਦੀ ਦੀਆਂ ਰੁੱਤਾਂ ਵਿੱਚ ਸੜਕ ਤੇ ਰੁਲਦਿਆਂ ਦੇਖਦੇ ਹਾਂ। ਵਿਚਾਰੇ ਪੇਟ ਦੀ ਖਾਤਰ ਕਿਸ ਤਰ੍ਹਾਂ ਚੀਕਾਂ ਮਾਰਦੇ ਹਨ। ਇਸੇ ਤਰ੍ਹਾਂ ਹਸਪਤਾਲਾਂ ਵਿੱਚ ਜਾ ਕੇ ਰੋਗੀਆਂ ਦੀ ਦਸ਼ਾ ਦੇਖਦੇ ਹਾਂ।
ਉਹਨਾਂ ਦੀਆਂ ਚੀਕਾਂ ਸੁਣਦੇ ਹਾਂ। ਉਹ ਵਿਚਾਰੇ ਕਿੰਨਾ ਦੁਖੀ ਹੋ ਰਹੇ ਹਨ। ਇਸੇ ਤਰ੍ਹਾਂ ਜੇਲ੍ਹਖਾਨਿਆਂ ਵਿੱਚ ਕੈਦੀਆਂ ਦੀ ਦਸ਼ਾ ਦੇਖ ਕੇ ਪਤਾ ਲੱਗਦਾ ਹੈ ਕਿ ਉਹ ਕਿਤਨਾ ਦੁੱਖ ਉਠਾ ਰਹੇ ਹਨ। ਗੱਲ ਕੀ ਕਿ ਦੁਨੀਆ ਵਿੱਚ ਜਿੱਧਰ ਵੀ ਨਜ਼ਰ ਮਾਰ ਕੇ ਦੇਖੀਏ, ਸਾਨੂੰ ਹਰ ਪਾਸੇ ਦੁੱਖ ਹੀ ਦੁੱਖ, ਮੁਸੀਬਤਾਂ ਹੀ ਮੁਸੀਬਤਾਂ ਦਿਖਾਈ ਦਿੰਦੀਆਂ ਹਨ। ਕਿਸੇ ਵੇਲੇ ਰੇਡੀਓ ਲਗਾ ਕੇ ਅਖਬਾਰ ਪੜ੍ਹ ਕੇ ਦੇਖੋ, ਕੌਮਾਂ ਮਜ਼੍ਹਬਾਂ ਮੁਲਕਾਂ ਦੇ ਲੜਾਈ ਝਗੜੇ ਚੱਲਦੇ ਹੀ ਰਹਿੰਦੇ ਹਨ। ਕਿਤਨੇ ਗਰੀਬਾਂ ਦਾ ਖੂਨ ਹੁੰਦਾ ਹੈ, ਕਿਤਨੀਆਂ ਉਹ ਔਰਤਾਂ ਵਿਧਵਾ ਹੋ ਜਾਂਦੀਆਂ ਹਨ, ਕਿਤਨੇ ਬੱਚੇ ਯਤੀਮ ਹੁੰਦੇ ਹਨ। ਜਿਸ ਦੁਨੀਆ ਦੀ ਇਹ ਦਿਸ਼ਾ ਹੋਵੇ ਕਿ ਲੋਕ ਰੋਟੀ ਕੱਪੜੇ ਪਿੱਛੇ ਦਿਨ ਰਾਤ ਭਟਕਦੇ ਫਿਰਦੇ ਹਨ, ਮੌਤ ਦਾ ਡਰ ਹਮੇਸ਼ਾ ਹੀ ਲੱਗਾ ਰਹਿੰਦਾ ਹੈ ਕਿ ਪਤਾ ਨਹੀਂ ਕਿਸ ਵੇਲੇ ਕਿਸ ਦੇ ਹੱਥੋਂ ਆ ਜਾਵੇ। ਉਸ ਨਗਰੀ ਅੰਦਰ ਅਸੀਂ ਸੁੱਖ ਜਾਂ ਸ਼ਾਂਤੀ ਪ੍ਰਾਪਤ ਕਿਵੇਂ ਕਰ ਸਕਦੇ ਹਾਂ? ਗੁਰੂ ਨਾਨਕ ਸਾਹਿਬ ਦਾ ਕਥਨ ਹੈ, ਨਾਨਕ ਦੁਖੀਆ ਸਭ ਸੰਸਾਰ। ਤੁਲਸੀਦਾਸ ਜੀ ਰਮਾਇਣ ਵਿੱਚ ਕਹਿੰਦੇ ਹਨ, ਸਕਲ ਜੀਵ ਜਨ ਜੀਨ ਦੁਖਾਰੀ। ਜੇਕਰ ਮਨੁੱਖੀ ਜਾਮੇ ਵਿੱਚ ਆ ਕੇ ਅਸੀਂ ਇਸ ਦੁਨੀਆ ਵਿੱਚ ਸੁੱਖ ਸ਼ਾਂਤੀ ਨਹੀਂ ਪ੍ਰਾਪਤ ਕਰ ਸਕਦੇ ਤਾਂ ਹੋਰ ਕਿਸ ਜਾਮੇ ਵਿੱਚ ਸੁੱਖ ਸ਼ਾਂਤੀ ਪ੍ਰਾਪਤ ਕਰਾਂਗੇ? ਮਹਾਤਮਾ ਉਪਦੇਸ਼ ਕਰਦੇ ਹਨ ਕਿ ਇਸ ਦੁਨੀਆ ਦੇ ਅੰਦਰ ਕਦੇ ਵੀ ਕਿਸੇ ਨੂੰ ਹਮੇਸ਼ਾ ਵਾਸਤੇ ਸੁੱਖ ਔਰ ਸ਼ਾਂਤੀ ਨਹੀਂ ਮਿਲ ਸਕਦੀ, ਕਿਉਂਕਿ ਇਹ ਜੋ ਦੁਨੀਆ ਹੈ ਦੁੱਖਾਂ ਤੇ ਸੁੱਖਾਂ ਦਾ ਘਰ ਹੈ, ਪੁੰਨਾਂ ਤੇ ਪਾਪਾਂ ਦੀ ਨਗਰੀ ਹੈ। ਅਸੀਂ ਆਪਣੇ ਪੁੰਨਾਂ ਤੇ ਪਾਪਾਂ ਦੇ ਕਾਰਨ ਹੀ ਇਸ ਦੁਨੀਆ ਵਿੱਚ ਦੁੱਖ ਸੁੱਖ ਭੋਗ ਰਹੇ ਹਾਂ। ਚੰਗੀ ਤਰ੍ਹਾਂ ਸੋਚ ਕੇ ਦੇਖੋ, ਕੋਈ ਜੀਵ ਐਸਾ ਨਹੀਂ ਮਿਲੇਗਾ ਜਿਸ ਨੂੰ ਇਸ ਸਰੀਰ ਵਿੱਚ ਬੈਠ ਕੇ ਸੁੱਖ ਹੀ ਸੁੱਖ ਮਿਲਦੇ ਹੋਣ, ਕਦੀ ਦੁੱਖ ਦਾ ਸਾਹਮਣਾ ਨਾ ਕਰਨਾ ਪਿਆ ਹੋਵੇ, ਜਾਂ ਕਿਸੇ ਨੂੰ ਦੁੱਖ ਹੀ ਦੁੱਖ ਪ੍ਰਾਪਤ ਹੁੰਦੇ ਹੋਣ, ਕਦੇ ਸੁੱਖਾਂ ਦਾ ਸਾਹ ਨਾ ਆਇਆ ਹੋਵੇ। ਤਜਰਬੇ ਵਿੱਚ ਆਉਂਦਾ ਹੈ ਕਿ ਜੇਕਰ 10 ਦਿਨ ਸੁੱਖ ਦੇ ਮਿਲ ਜਾਂਦੇ ਹਨ ਤਾਂ ਫਿਰ ਦੁੱਖਾਂ ਦਾ ਮੁਕਾਬਲਾ ਕਰਨਾ ਪੈਂਦਾ ਹੈ। ਜੇਕਰ 10 ਦਿਨ ਦੁੱਖ ਦੇ ਭੁਗਤਣੇ ਤਾਂ ਫਿਰ ਥੋੜ੍ਹਾ ਬਹੁਤ ਸੁੱਖ ਦਾ ਸਾਹ ਆ ਜਾਂਦਾ ਹੈ। ਇਹ ਕਿਤਨੇ ਵੀ ਸਾਨੂੰ ਦੁੱਖ ਭੁਗਤਣੇ ਪੈਂਦੇ ਹਨ, ਜਿਤਨੇ ਵੀ ਇਹ ਦੁੱਖ ਸਾਨੂੰ ਭੁਗਤਣੇ ਪੈਂਦੇ ਹਨ, ਇਹ ਸਾਡੇ ਪਿਛਲੇ ਜਨਮਾਂ ਦੇ ਪਾਪਾਂ ਦਾ ਫਲ ਹੈ। ਅਤੇ ਜਿਹੜੇ ਵੀ ਸੁੱਖ ਦੇ ਸਾਹ ਆਉਂਦੇ ਹਨ ਉਹ ਸਾਡੇ ਪਿਛਲੇ ਜਨਮਾਂ ਤੇ ਪੁੰਨਾਂ ਕਰਕੇ ਹਨ। ਸੋ ਪੁੰਨਾਂ ਪਾਪਾਂ ਦੇ ਰਲਣ ਦੇ ਕਾਰਨ ਹੀ ਸਾਨੂੰ ਮਨੁੱਖਾ ਜਨਮ ਮਿਲਦਾ ਹੈ। ਅਸੀਂ ਦੇਹ ਵਿੱਚ ਬੈਠ ਕੇ ਇਹਨਾਂ ਪੁੰਨਾਂ ਪਾਪਾਂ ਦਾ ਸਾਥ ਦੇ ਰਹੇ ਹਨ। ਜੇਕਰ ਸਾਡੇ ਕੇਵਲ ਪੁੰਨ ਹੁੰਦੇ ਅਸੀਂ ਸਵਰਗਾਂ ਵਿੱਚ ਪਹੁੰਚ ਜਾਂਦੇ, ਜੇਕਰ ਕੇਵਲ ਪਾਪ ਹੁੰਦੇ ਅਸੀਂ ਨਰਕਾਂ ਵਿੱਚ ਸਜ਼ਾ ਭੁਗਤਦੇ ਹੁੰਦੇ। ਕਿਸੇ ਦੇ ਬਹੁਤੇ ਪੁੰਨ ਹਨ, ਜਿਸ ਕਰਕੇ ਉਹ ਵਧੇਰੇ ਸੁਖੀ ਨਜ਼ਰ ਆਉਂਦਾ ਹੈ, ਤੇ ਥੋੜ੍ਹੇ ਪਾਪ ਹਨ, ਇਸ ਲਈ ਘੱਟ ਦੁਖੀ ਨਜ਼ਰ ਆਉਂਦਾ ਹੈ। ਕਿਸੇ ਦੇ ਪਾਪਾਂ ਦਾ ਬੋਝ ਬਹੁਤ ਹੋ ਜਾਂਦਾ ਹੈ, ਪੁੰਨਾਂ ਦਾ ਘੱਟ, ਜਿਸ ਕਾਰਨ ਉਹ ਬਹੁਤਾ ਦੁਖੀ ਹੈ ਤੇ ਘੱਟ ਸੁਖੀ ਹੈ। ਇਹੋ ਹੀ ਕਾਰਨ ਹੈ ਕਿ ਦੁਨੀਆ ਅੰਦਰ ਅਮੀਰੀ ਗਰੀਬੀ, ਬਿਮਾਰੀ ਤੰਦਰੁਸਤੀ ਅਤੇ ਇਤਨੀ ਊਚ ਨੀਚ ਨਜ਼ਰ ਆਉਂਦੀ ਹੈ। ਇਹ ਹਰ ਇੱਕ ਦੇ ਆਪਣੇ ਪਿਛਲੇ ਜਨਮਾਂ ਦੇ ਕਰਮਾਂ ਕਰਕੇ ਹੈ। ਇਸ ਜਨਮ ਵਿੱਚ ਤਾਂ ਹਰ ਕੋਈ ਪਰਲਵ ਦੇ ਕੌੜੇ ਜਾਂ ਮਿੱਠੇ ਫਲ ਹੀ ਖਾ ਰਿਹਾ ਹੈ। ਇਹ ਦੁਨੀਆ ਨਾ ਅੱਜ ਤੱਕ ਕਦੀ ਸਵਰਗ ਦੀ ਨਗਰੀ ਬਣੀ ਹੈ ਤੇ ਨਾ ਕਦੀ ਬਣ ਹੀ ਸਕਦੀ ਹੈ। ਜਦ ਇਤਿਹਾਸ ਵੇਖਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਦੁਨੀਆ ਵਿੱਚ ਲੜਾਈ ਝਗੜੇ, ਸੁੱਖ ਦੁੱਖ, ਨੀਚ ਊਚ ਹਮੇਸ਼ਾ ਹੀ ਚੱਲੇ ਆ ਰਹੇ ਹਨ। ਦੁਨੀਆ ਵਿੱਚ ਚੋਟੀ ਦੇ ਮਹਾਤਮਾ, ਵੱਡੇ ਦਾਨੀਆਂ, ਪਰਉਪਕਾਰੀਆਂ ਦੇ ਆਉਣ ਦੇ ਬਾਵਜੂਦ ਇਸ ਹਾਲਤ ਅੱਗੇ ਨਾਲੋਂ ਚੰਗੀ ਨਹੀਂ ਹੋਈ ਤੇ ਨਾ ਕਦੇ ਹੋ ਸਕਦੀ ਹੈ। ਸੰਤਾਂ ਮਹਾਤਮਾ ਦਾ ਕੰਮ ਇਸ ਦੁਨੀਆ ਨੂੰ ਸਵਰਗ ਜਾਂ ਸੁੱਖਾਂ ਦੀ ਨਗਰੀ ਬਣਾਉਣਾ ਨਹੀਂ। ਹਰ ਕੌਮ, ਮਜ਼ਹਬ, ਮੁਲਕ, ਵਕਤ ਉੱਚ ਕੋਟੀ ਦੇ ਮਹਾਤਮਾ ਆਏ ਹਨ। ਜੇ ਸੰਤਾਂ ਮਹਾਤਮਾ ਦਾ ਮਹੱਤਵ ਇਸ ਦੁਨੀਆ ਨੂੰ ਸੁੱਖਾਂ ਦੀ ਨਗਰੀ ਬਣਾਉਣਾ ਹੁੰਦਾ ਤਾਂ ਗੁਰੂ ਰਵਿਦਾਸ ਜੀ ਆਏ। ਉਹਨਾਂ ਨੇ ਵੀ ਸਾਨੂੰ ਬੇਗਮਪੁਰੇ ਦਾ ਭੇਜ ਦਿੱਤਾ ਕਿ ਉਸ ਬੇਗਮਪੁਰੇ ਸ਼ਹਿਰ ਵਿੱਚ ਸਾਡੀ ਹਾਲਤ ਕਿਹੋ ਜਿਹੀ ਹੋਵੇਗੀ। ਉਹਨਾਂ ਨੇ ਸਾਨੂੰ ਸਮਝਾਇਆ ਕਿ ਹੇ ਸੰਸਾਰ ਦੇ ਲੋਕੋ, ਤੁਸੀਂ ਕਿਸੇ ਵਕਤ ਦੇ ਸਤਿਗੁਰ ਪਾਸੋਂ ਨਾਮ ਦੀ ਦਾਤ ਪ੍ਰਾਪਤ ਕਰਕੇ ਅਤੇ ਉਸ ਨੂੰ ਜਪ ਕੇ ਫਿਰ ਤੁਸੀਂ ਉਸ ਸ਼ਹਿਰ ਜੋ ਗਮਾਂ ਤੋਂ ਰਹਿਤ ਹੈ ਅਤੇ ਨਾ ਕਿਸੇ ਨੂੰ ਕਿਸੇ ਤਰ੍ਹਾਂ ਦਾ ਟੈਕਸ ਲੱਗਦਾ ਹੈ, ਉੱਥੇ ਸਦਾ ਲਈ ਖੁਸ਼ੀਆਂ ਅਤੇ ਖੇੜੇ ਹਨ। ਰੂਹਾਂ ਉਹਦੇ ਪਿਆਰ ਵਿੱਚ ਮਸਤ ਹਨ ਅਤੇ ਜਨਮਾਂ ਮਰਨ ਮੁੱਕ ਜਾਂਦਾ ਹੈ। ਕਿਸੇ ਮਹਾਤਮਾ ਨੇ ਉਸੇ ਦੇਸ਼ ਨੂੰ ਸੱਚਖੰਡ ਕਿਹਾ ਹੈ। ਗੁਰੂ ਰਵਿਦਾਸ ਮਹਾਰਾਜ ਜੀ ਨੇ ਉਸ ਨੂੰ ਬੇਗਮਪੁਰਾ ਆਖਿਆ ਹੈ, ਜੋ ਸਾਡਾ ਅਸਲੀ ਘਰ ਹੈ, ਜਿੱਥੋਂ ਆਪਾਂ ਆਏ। ਉਸ ਪਰਮ ਪਿਤਾ ਦੇ ਹੁਕਮ ਨਾਲ ਅਸੀਂ ਆ ਕੇ ਭੁੱਲ ਗਏ। ਇਸ ਦੁਨੀਆ ਨਾਲ ਪਿਆਰ ਪਾਈ ਬੈਠੇ ਹਾਂ। ਇਹ ਇੱਕ ਦੁੱਖਾਂ ਦੀ ਨਗਰੀ ਹੈ। ਫਿਰ ਉਹ ਕੁਲ ਮਾਲਕ ਆਪਣੇ ਪਿਆਰਿਆਂ ਨੂੰ ਇਸ ਦੁਨੀਆ ਵਿੱਚ ਦੇਹ ਦਾ ਚੋਲਾ ਧਾਰ ਕੇ ਭੇਜਦਾ ਹੈ।
ਸਾਨੂੰ ਸਮਝਾਉਂਦਾ ਹੈ ਕਿ ਇਹ ਤੁਹਾਡਾ ਸ਼ਹਿਰ ਨਹੀਂ ਹੈ, ਤੁਹਾਡਾ ਸ਼ਹਿਰ ਬੇਗਮਪੁਰਾ ਸ਼ਹਿਰ ਸੱਚਖੰਡ ਹੈ। ਉਹ ਸਾਨੂੰ ਸਤਸੰਗਾਂ ਦੁਆਰਾ ਸਮਝਾਉਂਦਾ ਹੈ ਕਿ ਸਾਨੂੰ ਕਿਸੇ ਦੇਹਧਾਰੀ ਪੂਰਨ ਸਾਧੂ ਸੰਤ ਮਹਾਤਮਾ ਦੀ ਲੋੜ ਹੈ। ਉਸ ਤੋਂ ਨਾਮ ਦੀ ਦਾਤ ਪ੍ਰਾਪਤ ਕਰਕੇ ਤੁਸੀਂ ਉਸ ਦੀ ਕਮਾਈ ਕਰੋ ਤਾਂ ਤੁਸੀਂ ਆਪਣੇ ਘਰ ਵਾਪਸ ਬੇਗਮਪੁਰੇ ਪਹੁੰਚ ਜਾਵੋ ਅਤੇ ਸਦਾ ਲਈ ਆਜ਼ਾਦ ਹੋ ਜਾਵੋ। ਤੁਸੀਂ ਪਰਮਾਤਮਾ ਵਿੱਚ ਮਿਲ ਕੇ ਉਸ ਦਾ ਹੀ ਰੂਪ ਹੋ ਜਾਵੋ। ਜੈ ਗੁਰਦੇਵ, ਧੰਨ ਗੁਰਦੇਵ। ਇਹ ਸਨ ਵੀਰ ਧਰਮਪਾਲ ਜੀ, ਤੇ ਜੋ ਵੀ ਮੇਰੇ ਵੀਰਾਂ ਤੇ ਭੈਣਾਂ ਨੇ ਫੋਨ ਕੀਤੇ ਹਨ, ਪ੍ਰੋਗਰਾਮ ਦੀ ਸ਼ਲਾਘਾ ਕੀਤੀ ਹੈ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੀ, ਸਤਿਗੁਰਾਂ ਦੀ ਬਾਣੀ ਦੀ ਸ਼ਲਾਘਾ ਕੀਤੀ ਹੈ। ਇਹ ਹਨ ਸਵਰਨੀ ਜੀ ਵੁਲਵਰਹੈਂਪਟਨ ਤੋਂ, ਸੋਮ ਪ੍ਰਕਾਸ਼ ਲਗਾ ਜੀ, ਪ੍ਰਕਾਸ਼ੋ ਕੌਰ ਲਗਾ ਜੀ, ਮਦਨ ਲਾਲ ਜੱਸਲ ਜੀ, ਨਸੀਬ ਕੌਰ ਜੱਸਲ ਜੀ, ਜੋਨੀ ਪਾਲ ਵਡਾਲਾ ਇਟਲੀ ਤੋਂ, ਚੰਦਨ ਬਸਰਾ ਜੀ, ਨਿਰਮਲਾ ਰਾਏ ਜੀ ਵੁਲਵਰਹੈਂਪਟਨ, ਰੇਸ਼ਮ ਕੌਰ ਰੱਤੂ ਜੀ ਸਪੇਨ ਤੋਂ, ਹਰਮੇਸ਼ ਲਾਲ ਰੱਤੂ ਜੀ, ਤਰਸੇਮ ਬੰਗੜ ਬੈਡਫੋਰਡ ਤੋਂ, ਰੂਪ ਲਾਲ ਬੰਗੜ ਜੀ, ਸ਼ੰਕਰ ਦਾਸ ਜੀ ਜਰਮਨੀ ਤੋਂ, ਚਮਨ ਲਾਲ ਮਡਾਰ ਜੀ। ਤੇ ਜੋ ਅੱਜ ਇੱਕ ਮੈਂ ਦੱਸਣਾ ਚਾਹੁੰਦੀ ਹਾਂ ਕਿ ਬੀਬੀ ਜੀ ਕਰਤਾਰੀ, ਜੋ ਕਿ ਸਤਿਗੁਰਾਂ ਨੇ ਜਿਨ੍ਹਾਂ ਉਸ ਨੂੰ ਸਵਾਸ ਦਿੱਤੇ ਸਨ, ਉਹ ਆਪਣੀ ਜੀਵਨ ਦੀ ਯਾਤਰਾ ਕਰਦੇ ਹੋਏ ਪੂਰੇ ਹੋ ਗਏ ਹਨ ਤੇ ਸਤਿਗੁਰਾਂ ਦੇ ਪਾਸ ਚਲ ਗਏ ਹਨ। ਬੀਬੀ ਕਰਤਾਰੀ ਜੀ ਦੇ ਦਾਗ, ਬੀਬੀ ਕਰਤਾਰੀ ਜੀ ਚੰਦੜ, ਪਿੰਡ ਪੱਦੀ ਜਗੀਰ, ਤੇ ਦਾਗ ਦਾ ਟਾਈਮ ਹੈ 9:45 ਪੌਣੇ 10 ਵਜੇ, ਮੰਗਲਵਾਰ 8 ਤਰੀਕ ਨੂੰ ਇਸ ਮਹੀਨੇ। ਤੇ ਉਹਨਾਂ ਦਾ ਐਡਰੈਸ ਹੈ 80 ਪਾਵਲ ਸਟਰੀਟ, 80 ਪਾਵਲ ਸਟਰੀਟ, ਪੋਸਟ ਕੋਡ WV10OBN। ਜੈ ਗੁਰਦੇਵ, ਧੰਨ ਗੁਰਦੇਵ।